ਸਤਿਕਾਰਯੋਗ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਸਮੁੱਚੀ ਸਾਧ ਸੰਗਤ ਜੀ ਵਡਭਾਗੇ ਆ ਜੋ ਸ਼ਾਮਾਂ ਦੇ ਦੀਵਾਨ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾ ਰਹੇ ਆ। ਹਰ ਜਸ ਸੁਣ ਕੇ ਤਨ ਮਨ ਧਨ ਘੜੀਆਂ ਪਲਾਂ ਛਿਨਾਂ ਸਵਾਸਾਂ ਨੂੰ ਸਫਲ ਬਣਾ ਰਹੇ ਆ। ਵਡਭਾਗੇ ਆ, ਆਓ ਕਿਹੜਾ ਹਾਜ਼ਰੀ ਫੇਰ ਲੱਗ ਜਾਵੇ, ਰਸਨਾ ਫਿਰ ਪਵਿੱਤਰ ਹੋ ਜਾਵੇ। ਬੁਲਾਈਏ ਫਤਿਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਜਾਣ ਕੇ ਹਾਜ਼ਰ ਤੇ ਨਾਜ਼ਰ, ਜਾਣ ਕੇ ਅੰਗ ਤੇ ਸੰਗ ਝੁਕਾਓ ਸੀਸ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤੇਰੇ ਗੁਣ ਗਾਈਏ, ਇੱਕ ਪੁੰਨ ਹੈ ਗੁਣ ਗਾਉਣਾ। ਰਹਿਰਾਸ ਦੀ ਬਾਣੀ ਕਹਿੰਦੀ ਆ ਨਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪ੍ਰਮਾਤਮਾ ਦੇ ਗੁਣ ਗਾਉਣੇ ਇਹ ਵੀ ਇੱਕ ਪੁੰਨ ਹੈ। ਰਾਗੀ ਸਾਹਿਬਾਨ ਗਾ ਰਹੇ ਸਨ, ਇਹ ਵੀ ਇੱਕ ਪੁੰਨ ਹੈ। ਆਪ ਜੀ ਸਰਵਣ ਕਰ ਰਹੇ ਸੀ, ਇਹ ਵੀ ਇੱਕ ਪੁੰਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਗੁਣ ਗਾਉਣ ਦੇ ਤੇ ਗੁਣ ਕਰਨ ਦੇ ਸੁਣਨ ਦੇ ਫਾਇਦੇ ਕੀ ਨੇ? ਬਾਣੀ ਨੇ ਬਹੁਤ ਸਾਰਾ ਆਪੇ ਸਮਝਾ ਦਿੱਤਾ। ਗੁਣ ਗਾਵਤ ਮਨ ਹਰਿਆ ਹੋਵੇ, ਜਿਵੇਂ ਮੁਰਝਾਏ ਹੋਏ ਪੌਦੇ ਦੀਆਂ ਜੜਾਂ 'ਚ ਪਾਣੀ ਪੈ ਜਾਵੇ ਨਾ, ਖਿਲ ਜਾਂਦਾ ਨਾ, ਸਾਡਾ ਮਨ ਵੀ ਏਦਾਂ ਹੀ ਆ, ਬਾਗੋ ਬਾਗ ਹੋ ਜਾਂਦਾ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਸੁਣ ਕੇ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਆਓ ਮਹਾਨ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ ਆ, ਹਾਜ਼ਰੀ ਲਵਾ ਰਹੇ ਆ। ਸਹੂਤਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਅੱਜ ਦੇ ਸ਼ਾਮਾਂ ਦੀ ਲੰਗਰਾਂ ਦੀ ਸੇਵਾ ਲਈ ਹੈ। ਇਹ ਵੀ ਇੱਕ ਦਸਵੰਧ ਕੱਢਣ ਦਾ ਜਰੀਆ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਹੋਰ ਗੁਰੂ ਸਾਹਿਬਾਨਾਂ ਵੱਲੋਂ ਵੀ ਸਾਡੇ ਪੁਰਾਤਨ ਰਹਿਤਨਾਮਿਆਂ ਵਿੱਚ ਵੀ ਬਹੁਤ ਸਾਰਾ ਦਰਜ ਹੈ, ਲਿਖਿਆ ਮਿਲਦਾ ਏ। ਦਸਵੰਧ ਕੱਢਣਾ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਜੋ ਕਮਾਈ ਕਰਦਾ ਸਿੱਖ ਉਹਦਾ 10ਵਾਂ ਹਿੱਸਾ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ। ਜਿਹੜਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦਾ ਹੈ, ਉਹ ਪ੍ਰਮਾਤਮਾ ਦਾ ਰਸਤਾ ਪਛਾਣ ਲੈਂਦਾ। ਬਾਣੀ ਦਾ ਆਪਣਾ ਫੈਸਲਾ ਹੈ। ਸੋ ਦਸਵੰਧ ਕੱਢਣ ਦਾ ਇਹ ਬਹੁਤ ਵਧੀਆ ਹੀਲਾ ਵਸੀਲਾ। ਮਾਫ ਕਰਨਾ, ਕਈ ਵਾਰ ਬਹੁਤੇ ਨਾ ਅਸੀਂ ਗੱਲੀ ਗੱਲੀਆਂ ਦਸਵੰਧ ਕੱਢ ਦਿੰਦੇ ਆ। ਲੈ ਮੈਂ ਤਾਂ ਬਹੁਤ ਕੱਢਦਾ ਗੁਰੂ ਦੇ ਨਾਂ ਤੇ ਦਸਵੰਧ। ਉਹ ਦੋ ਭਾਈ ਆਪਸ ਵਿੱਚ ਗੱਲਾਂ ਕਰਦੇ ਸੀ, ਕਹਿੰਦਾ ਮੈਂ ਤਾਂ ਬੜਾ ਦਸਵੰਧ ਕੱਢਦਾ ਗੁਰੂ ਦੇ ਨਾਂ ਤੇ। ਆਖੇ ਕਿਵੇਂ ਕੱਢਦਾ? ਕਹਿੰਦਾ ਜਿੰਨੀ ਵੀ ਮੈਨੂੰ ਤਨਖਾਹ ਮਿਲਦੀ ਆ ਮੈਂ ਘਰੇ ਲਿਆਉਣਾ, ਘਰੇ ਲਿਆ ਕੇ ਇੱਕ ਗੋਲ ਚੱਕਰ ਬਣਾ ਲੈਣਾ, ਸਾਰੀ ਤਨਖਾਹ ਉਹਦੇ ਵਿੱਚ ਮਾਰਦਾ, ਜਿੰਨੀ ਵਿੱਚ ਰਹਿ ਜਾਵੇ ਗੁਰੂ ਦੀ ਰੱਬ ਦੀ, ਜਿੰਨੀ ਬਾਹਰ ਆ ਜਾਵੇ ਮੇਰੀ। ਕੋਲ ਖੜਾ ਸੀ ਉਹਦਾ ਨਿੱਕਾ ਜਿਹਾ ਮੁੰਡਾ, ਕਹਿੰਦਾ ਬਾਪੂ ਗੋਲ ਚੱਕਰ ਵਿੱਚ ਤਾਂ ਅੱਜ ਤੱਕ 1 ਰੁਪਈਆ ਵੀ ਨਹੀਂ ਰਿਹਾ। ਉਹਨੂੰ ਝਿੜਕੇ ਕਹਿੰਦਾ ਚੁੱਪ ਕਰ ਓਏ, ਮੈਂ ਤਾਂ ਆਪਣੇ ਵੱਲੋਂ ਛੱਡਦਾ ਨਾ, ਮੈਂ ਤਾਂ ਆਪਣੇ ਵੱਲੋਂ ਕੱਢਦਾ ਰੱਬ ਦੇ ਨਾਂ ਤੇ, ਅੱਗੇ ਰੱਬ ਦੇ ਭਾਗ। ਉਹਨੇ ਚੱਕਰੇ ਇਹੋ ਜਿਹੇ ਤਰੀਕੇ ਨਾਲ ਬਣਾਇਆ ਹੋਇਆ ਸੀ ਕਿ ਇੱਕ ਖੋਟਾ ਸਿੱਕਾ ਵੀ ਕਦੇ ਉਹਦੇ ਵਿੱਚ ਨਹੀਂ ਸੀ ਕੱਢਦਾ। ਹੁਣ ਜਿਹਨੂੰ ਸੁਣਾਉਂਦਾ ਸੀ ਉਹ ਕਿਹੜਾ ਅੱਗੇ ਘੱਟ ਸੀ, ਉੱਪਰ ਵਾਲੀ ਦੀ ਆਉਣਾ ਹੁੰਦਾ ਨਾ, ਗੱਲ ਭਾਵੇਂ ਚੰਗੀ ਹੋਵੇ ਮੰਦੀ ਹੋਵੇ, ਉੱਪਰ ਵਾਲੀ ਦੀ ਆਉਣਾ ਹੁੰਦਾ। ਕਹਿੰਦਾ ਅੱਛਾ ਦਸਵੰਧ ਤਾਂ ਮੈਂ ਕੱਢਦਾ, ਕਿ ਤੂੰ ਕਿਵੇਂ ਕੱਢਦਾ? ਕਹਿੰਦਾ ਜਦੋਂ ਵੀ ਮੈਨੂੰ ਤਨਖਾਹ ਮਿਲਦੀ ਆ ਮੈਂ ਲੈ ਕੇ ਘਰ ਆਉਣਾ, ਜਦੋਂ ਪੈਸੇ ਘਰ ਆ ਕੇ ਸੱਜੇ ਹੱਥ 'ਚ ਫੜ ਲੈਣੇ ਆ, ਉੱਪਰ ਨੂੰ ਗੁਰੂ ਦੇ ਨਾਂ ਤੇ ਭਗਾ ਕੇ ਮਾਰਨੇ ਆ। ਜਿੰਨੇ ਤਾਂ ਗਿਰ ਜਾਣ ਥੱਲੇ ਉਹ ਮੇਰੇ, ਤੇ ਜਿੰਨੇ ਚਲੇ ਜਾਣ ਉਤਾਨ ਉਹ ਰੱਬ ਦੀ। ਇਸ ਤਰੀਕੇ ਦੇ ਨਾਲ ਅਸੀਂ ਰੱਬ ਨਾਲ ਵੀ ਚਲਾਕੀਆਂ ਕਰਦੇ ਆ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਕੀ ਕਹਿੰਦੀ ਆ? 10 ਵਸਤੂ ਲੈ ਪਾਛੈ ਪਾਵੈ, ਪ੍ਰਮਾਤਮਾ ਨੇ ਅਨੇਕ ਚੀਜ਼ਾਂ ਦਿੱਤੀਆਂ, ਉਹ ਰੱਖ ਲਈਆਂ, ਸੰਭਾਲ ਲਈਆਂ। ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਹੋਰ ਮੰਗ ਲਈ, ਉਹ ਜਰਾ ਕਿ ਦੇਰੀ ਹੋ ਜਾਵੇ ਜਦੇ ਮਿਹਣਾ ਮਾਰ ਦਿੰਦਾ, ਲੈ ਤਾਂ ਮੈਨੂੰ ਕੀ ਦੇਦਾ, ਮੈਂ ਤਾਂ ਆਪਣਾ ਕਮਾਇਆ ਹੋਇਆ। ਅਗਲੀ ਤੁਕ ਨਹੀਂ ਪੜਦਾ। ਇੱਕ ਵੀ ਨਾ ਦੇ ਭਲਾ ਰੱਬ ਇੱਕ ਵੀ ਨਾ ਦਵੇ, ਕੋਈ ਚਾਰਾ ਹੈ, ਕੋਈ ਬਸ ਹੈ? ਇੱਥੇ ਹੀ ਬਥੇਰੀ ਦੁਨੀਆ ਗਰੀਬ ਆ ਸਰੀ ਵਿੱਚ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਕੋਲ ਆਪਣਾ ਦਰ ਨਹੀਂ, ਆਪਣਾ ਘਰ ਨਹੀਂ। ਬੜੇ ਪੰਜਾਬੀ ਭਰਾ ਜਾ ਕੇ ਉੱਥੇ ਦਾਨ ਕਰਦੇ ਨੇ, ਉਹਨਾਂ 'ਚ ਆ ਜਾਂਦੇ ਆ। ਮੰਨ ਲਓ ਇੱਕ ਵੀ ਨਾ ਦੇ ਭਲਾ ਰੱਬ ਇੱਕ ਵੀ ਨਾ ਦੇਵੇ, 10 ਵੀ ਹਿਰਲੇ ਦਿੱਤੀਆਂ ਹੋਈਆਂ 10 ਵੀ ਵਾਪਸ ਲੈ ਲਵੇ, ਲੈ ਲੈਂਦਾ। ਬੜੇ ਬੜੇ ਰਾਜੇ ਕੰਗਾਲ ਹੁੰਦੇ ਵੇਖੇ ਨੇ, ਬੜੇ ਬੜੇ ਮਹਿਲਾਂ ਵਾਲੇ ਕੁੱਲੀਆਂ ਜਾਏ ਵੇਖੇ ਨੇ। ਇੱਕ ਵੀ ਨਾ ਦੇ 10 ਵੀ ਹਿਰਲੇ, ਤਾਂ ਉਹ ਮੂੜਾ ਕਹੋ ਕਹਾ ਕਰੇ ਮੂੜਾ ਮੂਰਖ। ਮੂਰਖ ਇਨਸਾਨ ਕਿਆ ਕਰੇਗਾ? ਯਾਦ ਰੱਖ ਇੱਕ ਗੱਲ, ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕਿਉ ਕੀਜੈ ਸਦ ਨਮਸਕਾਰਾ। ਜਿਸ ਪਰਮਾਤਮਾ ਦੇ ਅੱਗੇ, ਗੁਰੂ ਦੇ ਅੱਗੇ ਜ਼ੋਰ ਜ਼ਬਰਦਸਤੀ, ਚੰਚਲਤਾ, ਹੁਸ਼ਿਆਰੀ ਨਹੀਂ ਚੱਲਦੀ, ਨਮਸਕਾਰ ਚੱਲਦੀ ਆ ਉਹਦੇ ਚਰਨਾਂ ਅੱਗੇ, ਉਹਦੇ ਚਰਨਾਂ ਦੇ ਵਿੱਚ ਅਰਦਾਸ ਚੱਲਦੀ ਹੈ। ਸਹੂਤਾ ਪਰਿਵਾਰ ਨੇ ਵੀ ਅਰਦਾਸ ਕਰਵਾਈ ਆ, ਗੁਰੂ ਮਹਾਰਾਜ ਜੀ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸਾਰੀ ਸੰਗਤ ਦਾ ਆਉਣਾ ਸਫਲ ਹੋਵੇ, ਸਤਿਗੁਰੂ ਕਿਰਪਾ ਕਰਨ। ਜਿਸ ਮਨੋਕਾਮਨਾ ਮਨੋਭਾਵਨਾ ਨੂੰ ਲੈ ਕੇ ਸਹੂਤਾ ਪਰਿਵਾਰ ਵੱਲੋਂ ਸ਼ਾਮਾਂ ਦੇ ਲੰਗਰਾਂ ਦੀ ਸੇਵਾ ਲਈ ਗਈ ਆ, ਮਹਾਰਾਜ ਉਹ ਮਨੋਕਾਮਨਾਵਾਂ ਮਨੋਭਾਵਨਾਵਾਂ ਪੂਰਨ ਕਰਨ ਅਤੇ ਇਸੇ ਤਰ੍ਹਾਂ ਦਾ ਸੇਵਾਵਾਂ ਦਾ ਮੌਕਾ ਸੇਵਕ ਪਰਿਵਾਰ ਨੂੰ ਬਖਸ਼ਿਸ਼ ਕਰਦੇ ਰਹਿਣ। ਆਓ ਸਾਧ ਸੰਗਤ ਜੀ ਨਿਤਨੇਮ ਸੁਣਿਆ, ਫਿਰ ਕੀਰਤਨ ਢਾਡੀ ਜਥਾ ਹਾਜ਼ਰ ਹੈ।
ਲਗਭਗ ਪਿਛਲੇ 5.5 ਮਹੀਨਿਆਂ ਤੋਂ 10 ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਹੈ, ਸਾਖੀਆਂ ਗਾਥਾਵਾਂ ਨੇ ਉਹ ਪ੍ਰਾਰੰਭ ਕੀਤੀਆਂ ਹੋਈਆਂ ਨੇ, ਉਹੀ ਚੱਲ ਰਹੀਆਂ ਨੇ। 2 ਹਫ਼ਤੇ ਸਾਡੇ ਕੋਲ ਹੋਰ ਬਾਕੀ ਨੇ। 1 ਅਕਤੂਬਰ ਨੂੰ ਵਾਪਸ ਇੰਡੀਆ ਵਾਪਸ ਚਲੇ ਜਾਣਾ ਹੈ। ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਹੀ ਜਾਂ ਕਿਸੇ ਮਹਾਨ ਯੋਧੇ ਦੀ ਨਾਲ ਗਾਥਾ ਜ਼ਰੂਰ ਕਹਿਣ ਦਾ ਯਤਨ ਕਰਾਂਗੇ। ਆਓ ਗੁਰੂ ਦਰਬਾਰ ਦੀ ਉਹ ਗੱਲ ਕਰਦੇ ਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਤਾਂ ਮਨਜ਼ੂਰ ਹੋ ਜਾਂਦੀ ਹੈ, ਇਹ ਪ੍ਰਵਾਨ ਹੋ ਜਾਂਦੀ ਹੈ, ਇਹ ਚੀਜ਼ਾਂ ਤਾਂ ਇੱਥੇ ਚੱਲਦੀਆਂ, ਪਰ ਇੱਥੇ ਹੰਕਾਰ ਹਉਮੈ ਨਹੀਂ ਚੱਲਦਾ, ਇਹਨਾਂ ਚੀਜ਼ਾਂ ਦੀ ਪੇਸ਼ੇ ਨਹੀਂ ਚੱਲਦੀ, ਕਿਉਂਕਿ ਇਹਨਾਂ ਚੀਜ਼ਾਂ ਦੀ ਜਿਹੜੀ ਔਕਾਤ ਆ ਨਾ ਉਹ ਜੋੜੇ ਘਰ ਤੱਕ ਹੈ। ਜੋੜੇ ਘਰ ਤੋਂ ਅੱਗੇ ਹੰਕਾਰ ਆ ਨਹੀਂ ਸਕਦਾ। ਜੇ ਆ ਵੀ ਜਾਂਦਾ ਫਿਰ ਉਹਦੀ ਪੇਸ਼ ਨਹੀਂ ਚੱਲਦੀ। ਬੜੀਆਂ ਧਾਰਨਾ, ਬੜੀਆਂ ਐਗਜ਼ਾਮਪਲਾਂ ਉਦਾਹਰਨਾਂ ਨੇ ਆਪ ਜੀ ਨੇ ਸਰਵਣ ਕੀਤੀਆਂ। ਖਾਮ ਖਾ ਭੀਮ ਚੰਦ ਮਹਾਰਾਜ ਜੀ ਦੇ ਨਾਲ ਐਵੇਂ ਝਗੜਾ ਬਖੇੜਾ ਖੜਾ ਕਰਨਾ ਪੈਂਦਾ ਸੀ। ਉਹਦੇ ਪੁੱਤਰ ਅਜਮੇਰ ਚੰਦ ਦੀ ਆ ਗਈ ਮੰਗਣੀ ਤੇ ਨਾਲ ਵਿਆਹ, ਇਸ ਕਰਕੇ ਉਹ ਟਲ ਗਿਆ ਆਪੇ। ਘਰ ਵਾਲੀ ਨੇ ਵੀ, ਉਹਦੀ ਰਾਣੀ ਨੇ ਮਿਹੜੇ ਮਾਰੇ ਕਿ ਮੈਂ ਲੜਕੇ ਦਾ ਵਿਆਹ ਕਰਾਂਗੀ, ਇੱਕ ਪਾਸੇ ਅਰਥੀਆਂ ਉੱਠਣਗੀਆਂ ਤੇ ਇੱਕ ਪਾਸੇ ਮੈਂ ਘੋੜੀਆਂ ਗਾਵਾਂਗੀ, ਮੇਰੇ ਤੋਂ ਨਹੀਂ ਇਹ ਸਾਂਝਾ ਕੰਮ ਹੋਣਾ। ਤੇ ਵਿੱਚ ਹੋਰ ਰਾਜਿਆਂ ਨੇ ਪੈ ਕੇ, ਵਜ਼ੀਰਾਂ ਨੇ, ਰਾਣੀ ਨੇ ਉਸ ਨੂੰ ਟਾਲ ਦਿੱਤਾ। ਉਹ ਟਲ ਗਿਆ ਵਿਆਹ ਦੇ ਕਾਰਨ, ਚੰਗੀ ਕਿਸਮਤ ਸੀ ਉਹਦੀ। ਤੇ ਇਧਰ ਮਹਾਰਾਜ ਜੀ ਨੂੰ ਮੇਦਨੀ ਪ੍ਰਕਾਸ਼ ਦਾ ਸੁਨੇਹਾ ਆਇਆ, ਬੇਨਤੀ ਪੱਤਰ ਕਿ ਮਹਾਰਾਜ ਮੈਂ ਗਰੀਬੜੇ ਨੂੰ ਮੇਰੇ ਇਲਾਕੇ ਵਿੱਚ ਆ ਕੇ ਦਰਸ਼ਨ ਦਿਓ। ਮਹਾਰਾਜ ਗਏ, ਜਿੱਥੇ ਉਹਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੱਦਾਂ ਦਾ ਸਥਾਨ ਅਨੰਦਪੁਰ ਸਾਹਿਬ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵਸਾਇਆ ਸੀ, ਕੋਈ ਉਦਾਂ ਦਾ ਸਥਾਨ ਇੱਥੇ ਵੀ ਕਿਰਪਾ ਕਰੋ। ਇੱਕ ਦਿਨ ਘੁੰਮਦੇ ਫਿਰ ਰਹੇ ਸਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇੱਕ ਉਹਨਾਂ ਨੂੰ ਜਗ੍ਹਾ ਪਸੰਦ ਆਈ ਆ। ਜਗ੍ਹਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਪਾਪ ਟਿਕਾਇਓ ਸਤਿਗੁਰੂ ਕੋ ਆਨੰਦਪੁਰ ਤੇ ਆਏ, ਨਾਮ ਰੱਖਿਓ ਨਾਮ ਧਰਿਓ ਇਮ ਪਾਮਟਾ ਸਭ ਦੇ ਸ਼ਨ ਪ੍ਰਗਟਾਏ। ਮਹਾਰਾਜ ਜੀ ਦਾ ਪਾਉ ਕਹਿੰਦੇ ਨੇ, ਪੈਰ ਨੂੰ ਪਾਉ ਟਿਕਿਆ ਹੋਇਆ ਸੀ। ਆਖਿਆ ਆਹ ਜਗ੍ਹਾ ਤੇ ਸਥਾਨ ਬਣਾਵਾਂਗੇ। ਆਪਣੀਆਂ ਸਿੱਖ ਫੌਜਾਂ, ਰਾਜਿਆਂ ਦੀਆਂ ਫੌਜਾਂ ਲਾ ਕੇ 12 ਦਿਨਾਂ ਦੇ ਵਿੱਚ ਕਿਲ੍ਹਾ ਤਿਆਰ ਕਰ ਦਿੱਤਾ। ਪਾਵਟਾ ਜਿਹਨੂੰ ਅੱਜ ਪੌਂਡਾ ਸਾਹਿਬ ਕਰਕੇ ਜਾਣਦੇ। 3-4 ਸਾਲ ਦਾ ਲੰਮਾ ਸਮਾਂ ਇੱਥੇ ਹਜ਼ੂਰ ਪਾਤਸ਼ਾਹ ਰਹੇ ਨੇ। ਇੱਥੇ ਹੀ ਮਹਾਰਾਜ ਜੀ ਨੂੰ, ਮਹਾਰਾਜ ਜੀ ਮੇਦਨੀ ਪ੍ਰਕਾਸ਼ ਅਤੇ ਫਤਿਹ ਸ਼ਾਹ ਦਾ ਰੌਲਾ ਮਕਾਉਂਦਾ, ਕਿਰਾਂ ਉਹਨਾਂ ਨੂੰ ਭਾਈਵਾਲ ਬਣਾ ਦਿੰਦਾ। ਇੱਥੇ ਹੀ ਆ ਕੇ ਪੀਰ ਬੁੱਧੂ ਸ਼ਾਹ ਮਿਲਦਾ, ਉਹੀ ਦਾਮਲੇ ਪਿੰਡ ਦੇ 500 ਉਹ ਕੱਢੇ ਹੋਏ ਪਠਾਣਾ ਨੂੰ ਲਿਆ ਕੇ ਮਹਾਰਾਜ ਜੀ ਦੇ ਭਰਤੀ ਕਰਵਾਉਂਦਾ, ਜਿਹੜੇ ਔਰੰਗਜ਼ੇਬ ਨੇ ਕੱਢੇ ਹੋਏ ਸੀ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੁੰਦਾ ਏ, ਇੱਥੇ ਭਾਈ ਜੈਤੇ ਦਾ ਵਿਆਹ ਕੀਤਾ ਜਾਂਦਾ। ਇੱਥੇ ਮਹਾਰਾਜ ਜੀ ਨੇ ਰੋਜ਼ ਮਾਰੇ, ਰਿੱਛ ਮਾਰੇ, ਚਿੱਤੇ ਸ਼ੇਰ ਮਾਰੇ। ਸ਼ੌਂਕ ਨਾਲ ਨਹੀਂ, ਲੋਕਾਂ ਦਾ ਮਾਲ ਲੈ ਜਾਣਾ, ਸਿਆਣੇ ਪੁਰਸ਼ਾਂ ਨੂੰ ਜਾਂ ਨਿੱਕੇ ਨਿੱਕੇ ਬੱਚਿਆਂ ਨੂੰ ਚੱਕ ਕੇ ਲੈ ਜਾਣਾ। ਜਾ ਕੇ ਸੰਗਤਾਂ ਨੇ ਬੇਨਤੀ ਕਰਨੀ, ਮਹਾਰਾਜ ਜੀ ਨੇ ਰਿਸਕ ਲੈ ਕੇ ਜਾਨ ਦੇ ਉੱਤੇ ਖੇਡ ਖੇਡ ਕੇ ਉਹਨਾਂ ਖੂੰਖਾਰ ਸ਼ੇਰਾਂ ਨੂੰ, ਚਿੱਤਿਆਂ ਨੂੰ ਖਤਮ ਕੀਤਾ। ਅਤੇ ਵੱਡੀ ਗੱਲ, ਇੱਥੇ 32 ਲਿਖਾਰੀ ਮਹਾਰਾਜ ਜੀ ਨੇ ਰੱਖੇ ਨੇ ਤੇ 52 ਕਵੀ ਰੱਖੇ ਨੇ। 52 ਕਵੀ, ਹਰ ਇੱਕ ਵਿਸ਼ੇ ਦੇ ਨਾਲ ਸੰਬੰਧਿਤ ਕਵੀ ਹੈ। ਤੇ ਉਸ ਜਿਹੜਾ ਸਾਹਿਤ ਲਿਖਦੇ ਨੇ ਮਹਾਰਾਜ ਇੱਕ ਗ੍ਰੰਥ ਉੱਤੇ ਚੜਾਈ ਜਾਂਦੇ ਸਨ। ਜਦੋਂ ਕਿਲਾ ਛੱਡਿਆ ਬਾਅਦ ਵਿੱਚ ਉਹ ਗ੍ਰੰਥ ਸਰਸਾ ਦੀ ਭੇਟ ਹੋ ਗਿਆ, ਸਾਡੇ ਕੋਲੋਂ ਸਦਾ ਲਈ ਜਾਂਦਾ ਰਿਹਾ। ਕੁਝ ਸਮਾਂ ਉੱਥੇ ਟਿਕ ਕੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਅਨੰਦਪੁਰ ਸਾਹਿਬ ਆ ਗਏ ਨੇ। ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਕਵੀਆਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦੇਣਾ ਉਵੇਂ ਜਾਰੀ ਰੱਖਿਆ। ਕਈ ਵਾਰ ਉਹਨਾਂ ਦੇ ਤੰਬੂਆਂ 'ਚ ਜਾਣਾ, ਸੁੱਤੇ ਪਏ ਹੌਲੀ ਹੌਲੀ ਕਦਮ ਰੱਖਦੇ ਰੱਖਦੇ ਉਹਨਾਂ ਦੇ ਸਿਰਹਾਣੇ ਮੋਹਰਾਂ ਰੱਖੇ ਆਉਣੀਆਂ। ਸੰਗਤਾਂ ਵੱਲੋਂ ਸੁੰਦਰ ਦਸ਼ਾਲੇ ਆਉਣੇ, ਉਹ ਭੇਟ ਕਰੇ ਆਉਣੇ। ਕੋਈ ਗਹਿਣਾ ਗੱਟਾ ਆਉਣਾ, ਉਹ ਵੀ ਭੇਟ ਕਰੇ ਆਉਣਾ। ਉਹਨਾਂ ਨੂੰ ਇੰਨਾ ਮਾਣ ਬਖਸ਼ਿਸ਼ ਕਰਦੇ ਸੀ ਹਜ਼ੂਰ ਪਾਤਸ਼ਾਹ। ਉਹ ਮਾਣ ਕਰਦੇ ਕਰਾਉਂਦੇ ਕਰਾਉਂਦੇ ਮਾਣ 'ਚ ਆ ਗਏ। ਮਾਣ ਮਾੜਾ ਹੈ ਨਾ, ਮਾਣ 'ਚ ਆ ਗਏ ਕਿ ਖਵਨੀ ਮਹਾਰਾਜ ਦਾ ਸਾਡੇ ਬਿਨਾਂ ਸਰਨਾ ਹੀ ਨਹੀਂ। ਮਾਣ ਕਰਵਾਉਂਦੇ ਕਰਵਾਉਂਦੇ ਮਾਣ ਵਿੱਚ ਆ ਗਏ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਧਰੋਂ ਔਰੰਗਜ਼ੇਬ ਦੇ ਸਤਾਏ ਹੋਏ ਭਾਈ ਸਾਹਿਬ, ਭਾਈ ਨੰਦ ਲਾਲ ਵਰਗੇ ਅਤੇ ਅੰਮ੍ਰਿਤ ਰਾਏ ਵਰਗੇ, ਕੁਮਰ ਵਰਗੇ ਨੇ। ਇਹ ਸਤ ਸੰਗਤ ਜੀ ਲਾਹੌਰ ਦੇ ਵਾਸੀ ਜਿਹੜੇ ਸਤਾਏ ਹੋਏ ਨੇ। ਢਾਡੀ ਵੀ ਆਏ ਨੇ, ਮੀਰ ਮੁਸ਼ਕੀ ਵਰਗੇ, ਉਹ ਵੀ ਸਤਾਏ ਹੋਏ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਗਏ ਨੇ। ਨੰਦ ਲਾਲ ਵੀ ਔਰੰਗਜ਼ੇਬ ਦੇ ਜ਼ੁਲਮਾਂ ਦਾ ਹੀ ਸਤਾਇਆ ਹੋਇਆ ਆਇਆ ਸੀ, ਜਿਹਨੇ ਜ਼ਿੰਦਗੀ ਨਾਮਾ, ਬੰਦਗੀ ਨਾਮਾ ਤੇ ਭਗਤ ਮਾਲ ਵਰਗੀਆਂ ਬਹੁਤ ਹੀ ਮਿਸਾਲ ਭਰੀਆਂ ਜਿਹੜੀਆਂ ਨੇ ਪੁਸਤਕਾਂ ਲਿਖੀਆਂ ਨੇ, ਅੱਜ ਤੱਕ ਉਹ ਪੜ੍ਹੀਆਂ ਜਾਂਦੀਆਂ, ਹੋਰ ਵੀ ਕਾਫੀ ਨੇ। ਨੰਦ ਲਾਲ ਆਖੇ, ਸੱਚੇ ਪਾਤਸ਼ਾਹ ਮੈਨੂੰ ਜਾਮੇ ਵਿੱਚ ਆਉਣ ਦਾ ਚਾਅ ਨਹੀਂ ਸੀ। ਨੰਦ ਲਾਲ ਆਖੇ, ਸੱਚੇ ਪਾਤਸ਼ਾਹ ਮੈਨੂੰ ਜਾਮੇ ਵਿੱਚ ਆਉਣ ਦਾ ਚਾਅ ਨਹੀਂ ਸੀ, ਪਰ ਤੇਰੇ ਚਰਨਾਂ ਦੀ ਧੂੜੀ ਨੂੰ ਪਾਉਣ ਦੇ ਲਈ ਸੱਚੇ ਪਾਤਸ਼ਾਹ ਹੋਰ ਕੋਈ ਰਾਹ ਨਹੀਂ ਸੀ। ਨੰਦ ਲਾਲ ਆਖੇ, ਮੈਂ ਸਾਂ ਇੱਕ ਪਿੰਜਰ, ਤੇਰੇ ਦਰਸ਼ਨੇ ਪਿੰਜਰ ਨੂੰ ਸਾਹ ਬਖਸ਼ੇ। ਮੈਂ ਤਾਂ ਜੜ ਸਾਂ, ਪੱਥਰ ਸਾਂ, ਬੁੱਤ ਸਾਂ ਮੈਂ,
ਆਪਣੀ ਭਗਤੀ ਦੇ ਆਪੇ ਤੂੰ ਰਾਹ ਬਖਸ਼ੇ। ਮੈਂ ਕੰਗਾਲ ਸਾ ਮੰਗਤਾ ਫਕੀਰ ਸਾਵੇਂ, ਮੇਰੇ ਜੀਵਨ ਦੀ ਆਪੇ ਤੂੰ ਰਾਸ ਬਣਿਆ। ਜਦ ਮੈਂ ਦਾਸ ਬਣਿਆ ਤੂੰ ਦਰਵਾਸ ਬਣਿਆ, ਜਦ ਮੈਂ ਦਾਸ ਬਣਿਆ ਤੂੰ ਸਵਾਸ ਬਣਿਆ। ਭਾਈ ਨੰਦ ਲਾਲ ਜੀ ਨੇ ਆਪਣਾ ਆਪਾ ਸਾਰਾ ਹੀ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤਾ ਹੈ। ਜਿਹੜਾ ਕਹਿੰਦਾ ਹੁੰਦਾ ਸੀ ਜਿਹੜਾ ਆਪ ਪਿਆਸਿਆਂ ਕੋਲ ਜਾਵੇ ਇੱਕੋ ਇੱਕ ਜਹਾਨ ਵਿੱਚ ਖੂਹ ਹੈ ਤੂੰ, ਤੇਰੀ ਜੂਹ ਅੰਦਰ ਨੰਦ ਲਾਲ ਆਖੇ ਤੂੰ ਹੀ ਤੂੰ ਹੈ ਤੂੰ, ਤੂੰ ਹੀ ਤੂੰ ਹੈ ਤੂੰ। ਜੋ ਨਹਾਰ ਹੈ ਤੂੰ, ਤਾਰ ਨਹਾਰ ਹੈ ਤੂੰ, ਅੱਲਾ ਹੂੰ ਹੈ ਤੂੰ, ਅੱਲਾ ਹੂੰ ਹੈ ਤੂੰ, ਤੇਰੀ ਜੂਹ ਅੰਦਰ ਨੰਦ ਲਾਲ ਆਖੇ ਤੂੰ ਹੀ ਤੂੰ ਹੈ ਤੂੰ, ਤੂੰ ਹੀ ਤੂੰ ਹੈ ਤੂੰ। ਨੰਦ ਲਾਲ ਜੀ ਦਾ ਲਿਖਿਆ ਹੋਇਆ ਬਹੁਤ ਸਾਰਾ ਮੈਟਰ ਸਾਡੇ ਕੋਲ ਅੱਜ ਵੀ ਮੌਜੂਦ ਆ, ਜਿਨ੍ਹਾਂ ਦੀਆਂ ਲਿਖਤਾਂ ਸਾਧ ਸੰਗਤ ਜੀ ਜੁਗਾਂ ਜੁਗਾਂ ਤੱਕ ਪੰਥ ਨੂੰ ਅਤੇ ਹੋਰ ਲਕਾਈ ਨੂੰ ਹਿਲਾਉਣਾ ਦਿੰਦੇ ਰਹਿਣਗੇ। ਮਹਾਰਾਜ ਜੀ ਕਵੀਆਂ ਦਾ ਇੰਨਾ ਸਤਿਕਾਰ ਕਰਿਆ ਕਰਦੇ ਸਨ। ਮਹਾਰਾਜ ਜੀ ਨੇ ਹੁਕਮਨਾਮੇ ਭੇਜੇ ਨੇ, ਸੁਨੇਹੇ, ਕਿ ਕਿਤੇ ਵੀ ਕੋਈ ਵਿਦਵਾਨ ਹੋਵੇ ਅਨੰਦਪੁਰ ਸਾਹਿਬ ਆਵੇ, ਰੋਟੀ ਕੱਪੜਾ ਔਰ ਮਕਾਨ ਮਿਲੇਗਾ, ਹਰ ਇੱਕ ਸੁੱਖ ਸਹੂਲਤ ਮਿਲੇਗੀ। ਆਉਣ ਲੱਗ ਗਏ ਨੇ, ਬਹੁਤ ਸਾਰੇ ਕਵੀ ਟਿਕੇ ਹੋਏ ਨੇ। ਇਹਨਾਂ ਦੇ ਵਿੱਚ ਇੱਕ ਕਵੀ ਦਾ ਨਾਮ ਹੈ ਚੰਦਨ। ਇਹ ਜਿਹੜਾ ਕਵੀ ਚੰਦਨ ਹੈ ਕਾਵਿ ਸ਼ਾਸਤਰ ਦਾ ਗਿਆਤਾ, ਮਤਲਬ ਕਵਿਤਾਵਾਂ ਲਿਖਣ ਦਾ ਮਾਹਰ ਹੈ। ਹਰ ਇੱਕ ਵਿਸ਼ੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਤੋਂ ਰਾਜਨੀਤਿਕ ਹੋਵੇ, ਵੈਦਿਕ ਹੋਵੇ, ਹੋਰ ਕੋਈ ਵੀ ਹੋਵੇ, ਗਿਆਨ ਦੀਆਂ ਸਾਰੀਆਂ ਮਹਾਰਾਜ ਜੀ ਤੋਂ ਕਵਿਤਾਵਾਂ ਰਚਵਾਇਆ ਕਰਦੇ ਸਨ। ਇਹ ਕਾਵਿ ਸ਼ਾਸਤਰ ਦਾ ਗਿਆਤਾ ਹੈ, ਕਵਿਤਾਵਾਂ ਲਿਖਣ ਵਾਲਾ। ਇਹ ਕੋਈ ਸੌਖੀ ਗੱਲ ਨਹੀਂ ਸਾਧ ਸੰਗਤ ਜੀ। ਕਵਿਤਾਵਾਂ ਲਿਖਣ ਦੇ ਲਈ ਪਿੰਗਲ ਪੜ੍ਹਨਾ ਪੈਂਦਾ। ਪਿੰਗਲ ਇੱਕ ਮੁਨੀ ਹੋਇਆ ਈਸਵੀ ਸਨ ਚੜ੍ਹਨ ਤੋਂ 200 ਸਾਲ ਪਹਿਲਾਂ। ਉਹਨੇ ਇੱਕ ਗ੍ਰੰਥ ਲਿਖਿਆ, ਉਹਦਾ ਨਾਮ ਹੈ ਛੰਦ ਸ਼ਾਸਤਰ। ਉਹਦੇ ਵਿੱਚ ਸਾਰਾ ਕੁਝ ਉਹਨੇ ਬੰਦ ਕੀਤਾ ਹੈ। ਔਖਾ ਕੰਮ ਹੈ ਕਵਿਤਾਵਾਂ ਲਿਖਣਾ, ਮਤਲਬ ਜਿਹਨੇ ਕਵਿਤਾਵਾਂ ਲਿਖਣੀਆਂ ਉਹਨਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਇੱਧਰੋਂ ਉੱਧਰੋਂ। ਭਾਵੇਂ ਗੀਤ ਵੀ ਲਿਖਦਾ ਕੋਈ, ਪਿੰਗਲ ਪੜਿਆ ਹੋਣਾ ਚਾਹੀਦਾ, ਪਹਿਲੀ ਗੱਲ ਜ਼ਰੂਰੀ ਹੈ। ਕਿਉਂਕਿ ਜਿਹੜੇ ਖਾਸ ਕਰਕੇ ਢਾਡੀ ਰਾਗ ਨੇ, ਜਦੋਂ ਵੀ ਕੋਈ ਕਵਿਤ ਬੋਲਿਆ ਜਾਂਦਾ, ਬੈਤ ਬੋਲੀ ਜਾਂਦੀ ਹੈ, ਇਹਦੇ ਅੱਖਰਾਂ ਦੀ ਗਿਣਤੀ ਆ ਵੀ ਇਹਦੇ ਵਿੱਚ 13 ਹੀ ਅੱਖਰ ਪਾਏ ਜਾ ਸਕਦੇ ਨੇ, 14 ਪਾਏ ਜਾ ਸਕਦੇ ਨੇ, ਜਾਂ ਕੋਈ ਲਗਾ ਮਾਤਰ ਘਟਾ ਕੇ ਇੱਕ ਅੱਖਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਅਤੇ ਪਹਿਲੀ ਗੱਲ ਪਿੰਗਲ ਪੜਿਆ ਹੋਣਾ ਚਾਹੀਦਾ। ਦੂਜੀ ਗੱਲ, ਜਿਹੜੀ ਕਵਿਤਾ ਲਿਖਣੀ ਆ ਉਹਦਾ ਕੋਈ ਵਿਸ਼ਾ ਜ਼ਰੂਰ ਹੋਵੇ। ਇਹ ਨਾ ਹੋਵੇ ਕਵਿਤਾ ਦਾ ਕੋਈ ਮੂੰਹ ਸਿਰੇ ਨਾ ਹੋਵੇ। ਕਵਿਤਾ ਦਾ ਕੋਈ ਸਬਜੈਕਟ, ਕੋਈ ਵਿਸ਼ਾ ਜ਼ਰੂਰ ਹੋਣਾ ਚਾਹੀਦਾ ਹੈ। ਅਤੇ ਸਾਧ ਸੰਗਤ ਜੀ, ਕਵਿਤਾ ਦੇ ਵਿੱਚ ਬਾਰ-ਬਾਰ ਅਜਿਹੇ ਸ਼ਬਦ ਨਾ ਵਰਤੇ ਜਾਣ ਜਿਨ੍ਹਾਂ ਦਾ ਇੱਕੋ ਹੀ ਅਰਥ ਆਵੇ, ਅਤੇ ਕਵਿਤਾ ਦੀ ਚਾਲ ਨਾ ਖਰਾਬ ਹੋਵੇ ਅੱਖਰ ਵੱਧ ਘੱਟ ਪੈਣ ਦੇ ਨਾਲ। ਹੋਰ ਬੜਾ ਧਿਆਨ ਰੱਖਿਆ ਜਾਂਦਾ ਹੈ। ਉਹ ਬੰਦਾ ਕਾਵਿ ਸ਼ਾਸਤਰ ਦਾ ਗਿਆਤਾ ਖਵਾ ਸਕਦਾ ਜਿਹੜਾ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਚੰਦਨ ਨੂੰ ਬੜਾ ਗਿਆਨ ਹੈ ਇਹਨਾਂ ਗੱਲਾਂ ਦਾ। ਉਹਨੇ ਇੱਕ ਕਵਿਤਾ ਲਿਖੀ ਹੈ ਤੇ ਕਵਿਤਾ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਆ ਕੇ ਸੀ ਝੁਕਾ ਕੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਐਸੀ ਕਵਿਤਾ ਲਿਖ ਕੇ ਲੈ ਕੇ ਆਇਆ, ਮੈਨੂੰ ਨਹੀਂ ਲੱਗਦਾ ਤੁਹਾਡੇ ਦਰਬਾਰ ਦਾ ਕੋਈ ਵਿਦਵਾਨ ਉਹਦੇ ਅਰਥ ਵਗੈਰਾ ਕਰਕੇ ਦਿਖਾ ਦੇਵੇਗਾ। ਮਹਾਰਾਜ ਜੀ ਨੇ ਅੰਦਾਜ਼ਾ ਇੱਥੋਂ ਲਾ ਲਿਆ ਕਿ ਕਵੀ ਚੰਦਨ ਨਹੀਂ ਬੋਲ ਰਿਹਾ, ਹਉਮੈ ਬੋਲ ਰਹੀ ਹੈ। ਸਤਿਗੁਰਾਂ ਨੇ ਆਖਿਆ, ਕੀ ਆਖਿਆ ਕਵੀ ਜੀ? ਆਖੇ ਮਹਾਰਾਜ ਐਸੀ ਕਵਿਤਾ ਇੰਨੀ ਡੂੰਘਾਈ ਦੀ ਲੈ ਕੇ ਆਏ, ਵਾਕਿਆ ਹੀ ਡੂੰਘਾਈ ਦੀਆਂ ਹੁੰਦੀਆਂ ਸੀ ਇਹਦੀਆਂ ਕਵਿਤਾਵਾਂ, ਕਿ ਤੁਹਾਡੇ ਦਰਬਾਰ ਦਾ ਕੋਈ ਕਵੀ ਉਹਦੇ ਅਰਥ ਨਹੀਂ ਕਰ ਸਕਦਾ। ਉਹਦੇ ਹੰਕਾਰ ਨੂੰ ਦੂਰ ਕਰਨ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਆਖਿਆ, ਉਹਨੂੰ ਸੁਣਿਓ ਜਰਾ।
ਜਦੋਂ ਕਵੀ ਚੰਦਨ ਨੇ ਆਖਿਆ ਮਹਾਰਾਜ ਐਸੀ ਕਵਿਤਾ ਰਚ ਕੇ ਲਿਆਇਆ, ਮੈਨੂੰ ਨਹੀਂ ਲੱਗਦਾ ਤੁਹਾਡੇ ਦਰਬਾਰ ਦਾ ਕੋਈ ਵਿਦਵਾਨ ਇਹਦੇ ਅਰਥ ਕਰ ਦੇਵੇਗਾ। ਮਹਾਰਾਜ ਨੇ ਸੋਚਿਆ ਇਹ ਨਹੀਂ ਬੋਲਦਾ, ਇਹਦੀ ਈਗੋ ਬੋਲ ਰਹੀ ਆ, ਹਉਮੈ ਬੋਲ ਰਹੀ ਆ। ਅੰਦਾਜ਼ਾ ਲਾ ਲਿਆ ਤੇ ਮਹਾਰਾਜ ਨੇ ਕਹਿ ਦਿੱਤਾ ਕਿ ਅੱਛਾ ਭਾਈ, ਤੇ ਹੋ ਸਕਦਾ ਕੋਈ ਘੋੜਿਆਂ ਦਾ ਘਾਹ ਹੀ ਉਹ ਕਰ ਦੇਵੇ, ਅਰਥ ਐਡੀ ਵੀ ਕਿਹੜੀ ਗੱਲ ਹੈ। ਇਹ ਸੁਣ ਕੇ ਉਹ ਕਲ ਪਿਆ, ਕਿਉਂਕਿ ਜੇ ਤਾਂ ਉਹ ਬੋਲ ਰਿਹਾ ਹੁੰਦਾ ਫਿਰ ਤਾਂ ਬੜੀ ਸੋਚ ਸਮਝ ਕੇ ਬੋਲਦਾ, ਉਹ ਕਿਹੜਾ ਆਮ ਜਿਹੇ ਇਨਸਾਨ ਨਾਲ ਗੱਲ ਕਰ ਰਿਹਾ ਸੀ, ਗੁਰੂ ਨਾਲ ਗੱਲ ਕਰ ਰਿਹਾ ਸੀ। ਮਹਾਰਾਜ ਕੀ ਨਹੀਂ ਕਰਵਾ ਸਕਦਾ, ਬੱਬਰ ਸ਼ੇਰਾਂ ਨੂੰ ਗੁਰੂ ਝਟਕਾ ਸਕਦਾ, ਨੇਜਾ ਮਾਰ ਕੇ ਚਸ਼ਮਾ ਵਗਾ ਸਕਦਾ, ਸੈਦੇ ਖਾਨਾਂ ਨੂੰ ਸੰਤ ਬਣਾ ਸਕਦਾ, ਪਿੱਛੇ ਅਰਥ ਗੂੰਗਿਆਂ ਕੋਲੋਂ ਕਰਵਾ ਸਕਦਾ ਤੇ ਅਰਥ ਘਾਹੀਆਂ ਕੋਲੋਂ ਵੀ ਕਰਵਾ ਸਕਦਾ। ਇਹ ਭੁੱਲ ਗਿਆ ਕਿ ਮੈਂ ਗੱਲ ਗੁਰੂ ਨਾਲ ਕਰ ਰਿਹਾ, ਕਿਉਂਕਿ ਹਉਮੈ ਆ ਗਈ ਸੀ ਨਾ। ਇਹਨੂੰ ਨਿੰਦਿਆ ਮਹਾਰਾਜ ਨੇ ਬਾਣੀ ਵਿੱਚ ਬਹੁਤ ਜਗ੍ਹਾ ਜਗ੍ਹਾ, ਹਉਮੈ ਨੂੰ, ਹੰਕਾਰ ਨੂੰ। ਹੰਕਾਰ ਹੈ ਕਾਹਦਾ? ਜਨਮ ਕੋਈ ਦਿੰਦਾ, ਪਹਿਲੀ ਵਾਰ ਨਹਾਉਂਦਾ ਕੋਈ ਆ, ਖਵਾਉਂਦਾ ਕੋਈ ਆ, ਝਗਾਉਂਦਾ ਕੋਈ ਆ, ਵੱਡਾ ਹੁੰਦਾ ਏ, ਫਿਰ ਆਪਣੀ ਪੁੱਤਰੀ ਕੋਈ ਦਿੰਦਾ, ਵਹੁਟੀ ਕੋਈ ਦਿੰਦਾ ਏ, ਕੰਮ ਕੋਈ ਦਿੰਦਾ ਏ, ਜਦੋਂ ਮਰਦਾ ਫਿਰ ਚੱਕ ਕੇ ਵੀ ਕੋਈ ਲਿਜਾਂਦਾ, ਅਖੀਰਲੀ ਵਾਰ ਨਹਾਉਂਦਾ ਵੀ ਕੋਈ ਆ, ਲਾਂਬੂ ਵੀ ਕੋਈ ਲਾਉਂਦਾ। ਬੰਦੇ ਦਾ ਕੀ ਹੈ ਇੱਥੇ? ਹੰਕਾਰੇ ਹੈ। ਗੱਲ ਸਮਝ ਤੇ ਖੜੀ ਆ। ਇਹੀ ਕੋ ਸਾਨੂੰ ਬਾਣੀ ਸਮਝਾਉਂਦੀ ਹੈ ਸਾਧ ਸੰਗਤ ਜੀ, ਇਹ ਸਮਝ ਨਹੀਂ ਸਕੇ। ਬੇਨਤੀ ਕੀਤੀ ਸੀ ਕਿ ਮਹਾਰਾਜ ਇਹਨਾਂ ਦਾ ਮਾਣ ਕਰਿਆ ਕਰਦੇ ਸੀ। ਕਈ ਹੋਰ ਵੀ ਬੜੀਆਂ ਗਾਥਾਵਾਂ ਨੇ, ਜਿਵੇਂ ਵਿੱਚ ਛੇੜ ਲਿਆ ਤਾਂ ਹੋ ਸਕਦਾ ਅੱਜ ਰਿਜ਼ਲਟ ਨਾ ਇਹਦਾ ਨਿਕਲੇ। ਬੜੀਆਂ ਗਾਥਾਵਾਂ ਨੇ, ਮਹਾਰਾਜ ਇਹਨਾਂ ਦਾ ਇੰਨਾ ਮਾਣ ਕਰਿਆ ਕਰਦੇ ਸਨ, ਇਹ ਮਾਣੇ ਕਰਨ ਲੱਗੇ ਉਲਟਾ। ਅੰਮ੍ਰਿਤ ਰਾਏ ਲਾਹੌਰ ਦਾ ਰਹਿਣ ਵਾਲਾ, ਉਹਨੇ ਸਭਾ ਪਰਬ ਦਾ ਅਨੁਵਾਦ ਕੀਤਾ ਸੀ। 60,000 ਰੁਪਇਆ ਉਸ ਵੇਲੇ ਦਿੱਤਾ ਸੀ ਮਹਾਰਾਜ ਨੇ। 60,000 ਕੋਈ ਮਾਮੂਲੀ ਜੀ ਗੱਲ ਨਹੀਂ, ਅੱਜ ਕਰੋੜਾਂ 'ਚ ਬਦਲ ਗਈ। 60,000 ਰੁਪਇਆ ਸਤਿਕਾਰ ਕਰਦੇ ਸੀ, ਕਿਤੇ ਛੋਟੀ ਜੀ ਗੱਲ ਸੀ ਇੱਕ ਬੰਦੇ ਨੂੰ 60,000 ਰੁਪਇਆ ਦੇ ਦੇਣਾ। ਤੇ ਸਾਧ ਸੰਗਤ ਜੀ, ਮੰਗਲ ਕਵੀ ਨੇ ਮੱਲਿਆ ਪਰਬ ਦਾ ਕੀਤਾ, ਉਹਦੇ ਰੋਣੇ ਧੋਣੇ ਧੋ ਦਿੱਤੇ। ਇੱਕ ਹੰਸਰਾਮ ਕਵੀ ਹੋਇਆ, ਮਹਾਰਾਜ ਨੇ ਉਹਦੀ ਕਵਿਤਾ ਤੋਂ ਖੁਸ਼ ਹੋ ਕੇ, ਇਤਿਹਾਸਕਾਰ ਕਹਿੰਦੇ ਨੇ ਉਹਨੇ ਮਹਾਭਾਰਤ ਦਾ ਤੇ ਇੱਕ ਦੋ ਹੋਰ ਦਾ ਅਨੁਵਾਦ ਕੀਤਾ ਸੀ। ਉਹਨੂੰ ਇੰਨਾ ਧਨ ਦਿੱਤਾ ਕਿ ਉਹ ਤੋਂ ਲਿਜਾ ਨਾ ਹੋਇਆ, ਉਹ ਹਾਥੀਆਂ ਊਠਾਂ ਤੇ ਲੱਦ ਕੇ ਲਿਜਾਣਾ ਪਿਆ ਉਹਨੂੰ। ਇੰਨਾ ਧਨ, ਜਦੋਂ 22 ਧਾਰ ਦੇ ਪਹਾੜੀਆਂ ਵਿੱਚ ਹੀ ਉਹ ਗੁਜ਼ਰਿਆ, ਉਹ ਡਰ ਗਏ ਵੀ ਖਬਰੇ ਸਾਡੇ ਤੇ ਕੋਈ ਸਹਿਜ ਸੁਭਾ ਹਮਲਾ ਹੀ ਕਰਨ ਆ ਗਿਆ। ਫਿਰ ਉਹਨੇ ਬੇਨਤੀ ਪੱਤਰ ਚਿੱਠੀਆਂ ਲਿਖ ਲਿਖ ਭੇਜੀਆਂ ਕਿ ਮੈਂ ਕੋਈ ਤੁਹਾਡੇ ਤੇ ਹਮਲਾ ਕਰਨ ਨਹੀਂ ਆ ਰਿਹਾ, ਮੈਂ ਤਾਂ ਗੁਰੂ ਨਾਨਕ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦਾ ਵਿਦਵਾਨ। ਅੱਜ ਮੈਂ ਕਵਿਤਾ ਪੜ੍ਹ ਕੇ ਸੁਣਾਈ ਆ ਤੇ ਅਨੁਵਾਦ ਕੀਤਾ, ਮਹਾਰਾਜ ਨੇ ਮੇਰਾ ਮਾਣ ਕੀਤਾ, ਇੰਨਾ ਧਨ ਦਿੱਤਾ ਜਿਹੜਾ ਮੈਂ ਹਾਥੀਆਂ ਊਠਾਂ ਤੇ ਲੱਦ ਕੇ ਲੈ ਕੇ ਜਾ ਰਿਹਾ ਹਾਂ। ਇੰਨਾ ਮਹਾਰਾਜ ਜੀ ਮਾਣ ਕਰਿਆ ਕਰਦੇ ਸਨ। ਇਹ ਸਾਧ ਸੰਗਤ ਜੀ, ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਰੋਜ਼ਾਨਾ ਸਵੇਰ ਵੇਲੇ ਜਪਾ ਜਾਪ ਹੁੰਦਾ ਹੈ। ਫਰਾਈਡੇ ਸੈਟਰਡੇ ਨੂੰ ਵੀ ਹੁੰਦਾ ਸੰਗਤਾਂ ਵੱਲੋਂ। ਉਹਦੇ ਵਿੱਚ ਪਾਵਨ ਬਾਣੀ ਕਹਿੰਦੀ ਆ ਕਿ ਇਹ ਜਿਹੜੀ ਹਉਮੈ ਦੀ ਮੈਲ ਹੈ ਨਾ, ਜਿਹਨੂੰ ਚਿੰਬੜ ਜਾਂਦੀ ਹੈ, ਇਹ ਗੁਰੂ ਤੇ ਸ਼ਬਦ ਤੋਂ ਬਿਨਾਂ ਨਹੀਂ ਉਤਰਦੀ, ਜੰਮੀ ਰਹਿੰਦੀ ਹੈ। ਬਾਣੀ ਦਾ ਆਪਣਾ ਫੈਸਲਾ, ਨਿਮਖ ਨਿਮਖ ਕਰ ਸਰੀਰ ਕਟਾਵੈ। ਨਿਮਖ ਥੋੜਾ ਥੋੜਾ, ਆ ਸਰੀਰ ਨੂੰ ਥੋੜਾ ਥੋੜਾ ਕੱਟ ਕਰਕੇ ਭਾਵੇਂ ਕੱਟ ਦੋ, ਤਾਂ ਵੀ ਹਉਮੈ ਮੈਲ ਨਾ ਜਾਵੇ। ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਮੱਤ ਤੋਂ ਬਿਨਾਂ ਜਾਂਦੀ ਹੋ ਨਹੀਂ। ਜਿੱਥੇ ਇਹ ਇੱਕ ਜਾਵੇਗਾ ਇਹਦੇ ਨਾਲ ਚਾਰ ਸਾਥੀ ਹੋਰ ਵੀ ਜਾਂਦੇ ਨੇ, ਸਾਰਿਆਂ ਦਾ ਇੱਕ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿੱਥੇ ਇੱਕ ਜਾਊਗਾ ਚਾਰੇ ਨਾਲ ਜਾਣਗੇ। ਇਹਨਾਂ ਦੀ ਇਹ ਆੜੀ ਆਪਸ ਦੇ ਵਿੱਚ। ਹੁਣ ਇਹਨੂੰ ਹੋਇਆ ਹੰਕਾਰ, ਮਹਾਰਾਜ ਨੇ ਕਹਿ ਦਿੱਤਾ ਕਿ ਕਵੀ ਜੀ ਐਡੀ ਵੀ ਕਿਹੜੀ ਗੱਲ ਹੈ, ਇਹ ਤਾਂ ਤੇਰੀ ਫਿਰ ਕਵਿਤਾ ਦੇ ਅਰਥ ਕੋਈ ਘੋੜਿਆਂ ਦਾ ਘਾਹੀ ਕਰ ਦੂ। ਇੰਨੀ ਗੱਲ ਸੁਣ ਕੇ ਕਲਪ ਗਿਆ। ਹੋਰ ਵੀ ਵਿਦਵਾਨ ਖੜੇ ਸਨ ਕੋਲ, ਉਹਨਾਂ ਨੂੰ ਵੀ ਬੜਾ ਗੁੱਸਾ ਆਇਆ ਕਿ ਐਡੇ ਵੱਡੇ ਵਿਦਵਾਨ ਦੀ ਕਵਿਤਾ ਦੇ ਅਰਥ ਇੱਕ ਘੋੜਿਆਂ ਦੀ ਲਿੱਦ ਕੂੜਾ ਹਟਾਉਣ ਵਾਲਾ ਇਹ ਕਿੱਦਾਂ ਕਰ ਸਕਦਾ ਏ। ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਮਹਾਰਾਜ ਜੀ ਦੇ ਚਰਨਾਂ 'ਚ ਕਹਿਣ ਲੱਗੇ, ਸੱਚੇ ਪਾਤਸ਼ਾਹ ਆਖਰ ਚੰਦਨ ਕਵੀ ਆ, ਆਪ ਜੀ ਇਹਦੀ ਤੁਲਨਾ ਇੱਕ ਘਾਹੀ ਦੇ ਨਾਲ ਕਰ ਰਹੇ ਹੋ। ਇੰਜ ਕਿੱਦਾਂ ਹੋ ਸਕਦਾ ਕਿ ਐਡੇ ਵੱਡੇ ਵਿਦਵਾਨ ਦੀ ਕਵਿਤਾ ਦੇ ਅਰਥ ਇੱਕ ਆਮ ਜਿਹਾ ਘਾਹੀ ਕਰ ਦੇਵੇ। ਮਹਾਰਾਜ ਕਹਿਣ ਲੱਗੇ, ਭਾਈ ਕਿਉਂ ਨਹੀਂ ਹੋ ਸਕਦਾ? ਤੁਸੀਂ ਕੀ ਸਮਝਦੇ ਹੋ? ਤੁਹਾਨੂੰ ਪਤਾ ਹੋਣਾ ਚਾਹੀਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹਰ ਇੱਕ ਸਿੱਖ ਬ੍ਰਹਮ ਗਿਆਨੀ ਆ। ਤੁਹਾਨੂੰ ਇਹ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ। ਬਾਣੀ ਦਾ ਆਪਣਾ ਫੈਸਲਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਅਤੇ ਸਾਰ ਕਿਤਾਬਲੀ ਦੇ ਇੱਕ ਬਹੁਤ ਸੁੰਦਰ ਵਿੱਚ ਤੁਕ ਲਿਖੀ ਮਿਲਦੀ ਆ। ਉਹ ਕਹਿੰਦਾ ਕਿ ਤਬ ਲਗ ਵਿਦਿਆ ਕੋ ਬੜੇ। ਵਿਦਿਆ ਦਾ ਕੋਈ ਸਮਾਂ ਨਹੀਂ ਵੀ ਮਹੀਨਾ ਪੜ੍ਹਨੀ ਆ, ਸਾਲ ਪੜ੍ਹਨੀ ਆ, 30 ਸਾਲ ਦੀ ਉਮਰ ਤੱਕ ਪੜ੍ਹਨੀ ਆ। ਸਾਰ ਕਿਤਾਬਲੀ ਕੀ ਕਹਿੰਦੀ ਆ, ਔਰ ਵਿਦਿਆ ਪੜ੍ਹਨ ਵਾਲੇ ਕਿੱਥੇ ਤੱਕ ਪਹੁੰਚ ਜਾਂਦੇ ਨੇ। ਤਬ ਲਗ ਵਿਦਿਆ ਕੋ ਪੜ੍ਹੇ, ਜਬ ਲਗ ਘਟ ਮੈਂ ਪ੍ਰਾਣ। ਜਦੋਂ ਤੱਕ ਦੇਹੀ ਦੇ ਵਿੱਚ ਆਖਰੀ ਸਵਾਸ ਬਾਕੀ ਆ, ਉਦੋਂ ਤੱਕ ਇਨਸਾਨ ਨੂੰ ਪੜ੍ਹਨਾ ਚਾਹੀਦਾ ਹੈ। ਤਬ ਲਗ ਵਿਦਿਆ ਕੋ ਪੜ੍ਹੇ,
जब लग घट में प्राण जहां धनी पहुंचे नहीं तहां पहुंचे विद्वान। अमीर बंदा जिथे पहुंच नहीं सकता ना, विद्वान बंदा उत्थे पहुंच जाता है। यह सार किताबली का अपना फैसला। बड़े कल पे उन्होंने फिर सलाह करके आख्या, अच्छा महाराज जी आ गल है, फिर इंज करो बुलाओ कोई कहानी लो करके करा के दिखाओ फिर अर्थ। कमला वही गल फिर आ गई कि गुरु कहे है, जब गुरु कह रहे हैं तो करवा भी सकता। महाराज ने आख्या लो भाई फिर आपां किसी नूं बुला लैंदे आ। टहली नूं बुलाया जा, घोड़ियां दे तबेले विच एक धन्ना सिंह सिख सेवा कर रहा, उन्होंने जाके आ साडा हुक्म दे दे। बुला के लिया। सिख गया, बुलाई फतेह आख्या महाराज बुला रहे ने। धन्ना सिंह महाराज जी के चरणों में हाजिर होया, आके महाराज नूं सीस नवाया। संगत भी बैठी आ, विद्वान भी खड़े ने, लाइन लाई, झुका के सीस। उन्हें आख्या महाराज दास नूं बुलाया, की हुक्म है, की आग्या है। सतगुरु महाराज कहन लगे, धन्ना सिंघा आ खड़े ने विद्वान कवि चंदन जी, ये एक रचना लिख के लेके आए ने कविता, और वो कविता दे तुसीं अर्थ करने ने। अर्थ जो इन्नी गल आखी उन्हें हथ बन ले, कहन लग्या महाराज किथे एक विद्वान ते किथे एक घोड़ियां नूं कख पाउण वाला, लिद कूड़ा हटाउण वाला, खरखरा करन वाला काही। महाराज विद्वान दे अर्थ, कविता दे अर्थ कोई विद्वान करेगा। महाराज किसी विद्वान नूं कहो मैं महाराज घोड़ियां दे तबेले दा नौकर हां, मैनूं घोड़ियां दी चंगी माड़ी नस्ल कनस्ल बारे पुछो। धन्ना सिंह ने हथ बन बिने कीती, सच्चे बादशाह मैं दा विद्वान कोई नहीं। मैं हाँ घोड़ियां दी सेवा करन वाला, मैनू छंदा ले मारे ज्ञान कोई नहीं। महाराज विद्वान दी कविता दे अर्थ किसे विद्वान तो कराओ, मैनू घोड़ियां दी चंगी माड़ी नस्ल कनस्ल बारे पुछो। किन्नी बार उन्होंने निहारी देनी है, कदों पानी पिलाउणा, कदों खरखरा करना। महाराज मैनू ये पुछो, ये विद्वान तो कराओ। जदों इन्नी गल आखी ना, सारे एक दूसरे वाल देखण लग गए भी इहने तां अपनी घर दी हालत बयान, नाले जे जोड़ा कुछ कर सकदा है उन्हें दस दिता कि मैं तां घोड़ियां नूं कख पा सकदा, नस्ल कनस्ल पुछ लो, इहदे कोल है भी यही कुछ। महाराज ने आख्या धन्ना सिंघा अब तेरे आले दाले निगाह मार, जिन्ने भी आ वीर खड़े ने सारे कवि ने, विद्वान ने, विद्वान। पर अर्थ तेरे कोलों करवाने ने, जिन्हां कोलों किसे कोलों करवाने हुंदे फिर तैनूं बुलाउण दी लोड़ नहीं सी पुत्रा। अर्थ तेतों करवाने ने, तू करके दे अर्थ। महाराज जी ने जरा क हुक्मी लहजे नाल कहा भी अर्थ तैं करने ने, ते महाराज जी दा हाव भाव समझ गया ते उन्हें हाथ जोड़ के फिर बेनती की, सच्चे पातशाह ठीक है, हुण एक गल कृपा करके क्लीयर कर दिओ, दसो अर्थ मैं करने ने कि तुसीं करवाउणे ने। ਇਹਦੇ ਵਿੱਚ ਬਹੁਤ ਡੂੰਘੀ ਰਮਜ ਸੀ। ਮਹਾਰਾਜ ਜੇ ਤਾਂ ਮੈਂ ਕਰਨੇ ਨੇ ਫਿਰ ਤਾਂ ਬਹੁਤ ਮੁਸ਼ਕਲ ਨੇ, ਜੇ ਤੁਸੀਂ ਆਪਣਾ ਹੱਥ ਦੇ ਕੇ ਆਪਣੀ ਮਿਹਰ ਨਾਲ ਕਰਵਾਉਣੇ ਨੇ ਫਿਰ ਹੋਏ ਪਏ ਨੇ। ਮਹਾਰਾਜ ਨੇ ਆਖਿਆ ਪਿਆਰਿਆ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰਦੇ, ਪਰ ਇਹ ਕਵੀ ਚੰਦਨ ਦੀ ਕਵਿਤਾ ਦੇ ਅਰਥ ਕਰਦੇ। ਲਓ ਹੁਣ ਉਹਨੇ ਮਹਾਰਾਜ ਨੂੰ ਝੁਕਾਇਆ, ਸੀਸ ਲਈਏ ਆਗਿਆ ਤੇ ਆਖਿਆ ਕਵੀ ਸਾਹਿਬ ਬੋਲੋ ਤੁਹਾਡੀ ਕਵਿਤਾ ਦੇ ਕੀ ਬੋਲ ਨੇ। ਉਹਨੇ ਆਪਣੀ ਕਵਿਤਾ ਦੇ ਬੋਲ ਬੋਲੇ, ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ। ਕਿਹੜਾ ਸਮਝ ਲੂ, ਐਵੇਂ ਨਹੀਂ ਸੀ ਉਹ ਫੜਾ ਮਾਰਦਾ ਕਿ ਐਡੀ ਡੂੰਘੀ ਕਵਿਤਾ ਰਚ ਕੇ ਲੈ ਕੇ ਆਇਆ, ਕਿਹੜਾ ਕੋਈ ਅਰਥ ਕਰਕੇ ਦਿਖਾ ਦੂਗਾ ਮੇਰੀ ਕਵਿਤਾ ਦੇ। ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ। ਜਦੋਂ ਚਾਰ ਲਾਈਨਾਂ ਦੀ ਪੜ੍ਹ ਕੇ ਕਵਿਤਾ ਸੁਣਾਈਏ ਧੰਨਾ ਇੱਕ ਵਾਰ ਨੀਵੀਂ ਪਾ ਕੇ ਖੜ ਜਾਂਦਾ ਏ ਤੇ ਫਿਰ ਮਹਾਰਾਜ ਨੂੰ ਪੁੱਛਦਾ ਸੱਚੇ ਪਾਤਸ਼ਾਹ ਇਹਦੀ ਜਿਹੜੀ ਕਵਿਤਾ ਹੈ ਉਹਦਾ ਸੰਗਤਾਂ ਨੂੰ ਤਾਂ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ, ਜੇ ਕਹੋ ਮੈਂ ਅਰਥ ਕਰ ਦਿੰਦਾ। ਮਹਾਰਾਜ ਕਹਿਣ ਲੱਗੇ ਤੂੰ ਅਰਥ ਕਰ ਦੇ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਵੇਂ ਕਵੀ ਧੰਨਾ ਸਿੰਘ ਨੇ, ਕਵੀ ਨੇ ਨਹੀਂ ਕਹਾਈ ਨੇ, ਧੰਨਾ ਸਿੰਘ ਨੇ ਇੰਨੀ ਡੂੰਘਾਈ ਭਰੀ ਕਵਿਤਾ ਦੇ ਅਰਥ ਕੀਤੇ ਨੇ। ਕੀ ਮਤਲਬ ਸੀ ਨਵਸਾਤ ਤੀਏ ਕੀਏ ਦਾ, ਸਾਥੀ ਕਵਿਤਾ ਚ ਕਹਿ ਰਹੇ ਨੇ ਸੁਣੀਏ।
ਜੀ ਕੋਲੋਂ ਅਰਥ ਕਰਾਤੇ। ਧੰਨਾ ਸਿੰਘ ਨੇ ਕਵੀ ਚੰਦਨ ਨੂੰ ਆਖਿਆ, ਕਵੀ ਸਾਹਿਬ ਬੋਲੋ ਫਿਰ ਕੀ ਕਵਿਤਾ ਹੈ। ਉਹਨੇ ਆਪਣੀ ਕਵਿਤਾ ਦੇ ਬੋਲ ਬੋਲੇ, ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਵਧੇ ਨਵਸਾਤ ਪਿਆਦਾ ਦਾਇਕ ਪਾਏ, जीत कला नवसातन की नवसातन के मुख अंचर छाए, मानो मेघ के मंडल में कभी चंदन चांदक लेवर छाए। बाकी बहुत औखी कविता सी। कविता सुन के धन्ना सिंह ने आख्या, महाराज कविता दे अर्थ कर लई दास तैयार है, पर महाराज गुरु महाराज जी की हजूरी विच अते संगतां नूं महाराज दा कोई लाहा लाभ नहीं। सतगुरु कहण लगे, कोई गल नहीं, कई बार इदां दा भी हुंदा है, तू इहदे अर्थ करके दस गई। ਉਹਨੇ ਅਰਥ ਕੀਤੇ, ਨਵਸਾਤ ਤੀਏ। ਨਵਸਾਤ ਦਾ ਮਤਲਬ, ਨਵ ਦਾ ਮਤਲਬ 9, ਸਾਤ ਦਾ ਮਤਲਬ 7, 9 + 7 16, 16 ਦੀ ਗਿਣਤੀ ਬਣਦੀ ਆ। ਉਹਨੇ ਸ਼ੁਰੂਆਤ ਕੀਤੀ ਕਿ ਮਹਾਰਾਜ ਨਵਸਾਤਨ ਦਾ ਮਤਲਬ ਹੈ 9 + 7, ਤੀਏ ਦਾ ਮਤਲਬ ਹੈ ਇਸਤਰੀ, ਇੱਕ 16 ਸਾਲਾਂ ਦੀ ਮਟਿਆਰ। ਨਵਸਾਤ ਤੀਏ 16 ਸਾਲਾਂ ਦੀ ਮਟਿਆਰ, ਨਵਸਾਤ ਕੀਏ ਉਹਨੇ 16 ਹਾਰ ਸ਼ਿੰਗਾਰ ਕੀਤੇ ਹੋਏ ਸਨ। ਤੇ ਮਹਾਰਾਜ ਉਹਦਾ ਪਤੀ 16 ਮਹੀਨਿਆਂ ਬਾਅਦ ਘਰੇ ਆਉਂਦਾ। ਨਵਸਾਤ ਪੀਏ, ਪੀਆ ਪਤੀ ਨੂੰ ਕਹਿ ਦਿੰਦੇ ਆ। 16 ਮਹੀਨਿਆਂ ਬਾਅਦ ਉਹਦਾ ਪਤੀ ਘਰ ਆਉਂਦਾ ਏ, ਤੇ ਪਤੀ ਦੇ ਘਰ ਦੇ ਖੁਸ਼ੀ ਵਿੱਚ ਆਉਣ ਦੇ, ਜਦੋਂ ਆਉਂਦਾ ਏ ਖੁਸ਼ੀ ਦੇ ਵਿੱਚ, ਉਹ ਜਿਹੜੀ 16 ਸਾਲਾਂ ਦੀ ਮਟਿਆਰ ਹੁੰਦੀ ਆ, ਉਹ 16 ਤਰ੍ਹਾਂ ਦੇ ਪਦਾਰਥ ਬਣਾਉਂਦੀ ਆ ਤੇ ਆਪਣੇ ਪਤੀ ਨੂੰ ਛਕਾਉਂਦੀ ਆ। ਫਿਰ ਆਪਣੇ ਪਤੀ ਦੇ ਨਾਲ ਨਵਸਾਤ ਰਚੇ ਉਹ 16 ਕਲਾਂ ਵਾਲੀ ਚੌਪੜ ਦੀ ਬਾਜੀ ਖੇਡਦੀ ਆ ਤੇ ਜਿਹਦੇ ਵਿੱਚ ਉਹ ਜਿੱਤ ਜਾਂਦੀ ਆ। ਜਿੱਤਣ ਦੀ ਖੁਸ਼ੀ ਵਿੱਚ ਉਹਦਾ ਪਤੀ ਉਹਨੂੰ 16 ਆਨਿਆਂ ਵਾਲੇ ਰੁਪਈਏ ਦਿੰਦਾ, ਸਿੱਕੇ ਦਿੰਦਾ ਏ। ਤੇ ਮੁੜ ਕੇ ਫਿਰ ਜਦੋਂ ਬਾਜੀ ਖੇਡਦੀ ਆ ਉਹਦੇ ਘਰ ਵਾਲਾ ਜਿੱਤ ਜਾਂਦਾ ਏ। ਤੇ ਫਿਰ ਜਦੋਂ ਉਹ ਜਿੱਤ ਜਾਂਦਾ ਹੈ, ਉਹ ਜਿਹੜੀ 16 ਸਾਲਾਂ ਦੀ ਮਟਿਆਰ ਆ, ਆਪਣਾ ਜਿਹੜਾ ਮੁਖੜਾ ਹੈ ਸ਼ਰਮ ਦੀ ਮਾਰੀ ਘੁੰਡ ਵਿੱਚ ਲੁਕੋ ਲੈਂਦੀ ਆ। ਮਹਾਰਾਜ ਆਹ ਅਰਥ ਨੇ ਦੀ ਕਵਿਤਾ ਦੇ। ਸੰਗਤ ਨੂੰ ਮਹਾਰਾਜ ਦਾ ਕੋਈ ਲਾਹਾ ਨਹੀਂ, ਆਪ ਜੀ ਦਾ ਹੁਕਮ ਮੁਤਾਬਕ ਮੈਨੂੰ ਕਹਿਣਾ ਪਿਆ। ਬਾਕੀ ਮਹਾਰਾਜ ਜੇ ਕੋਈ ਬਾਤ ਘਾਟ ਹੋਵੇ ਮਾਫੀ ਵੀ ਚਾਹੁੰਦਾ, ਕਵੀ ਜੀ ਖੜੇ ਨੇ, ਇਹਨਾਂ ਨੂੰ ਪੁੱਛ ਲਓ। ਜਦੋਂ ਧੰਨਾ ਸਿੰਘ ਨੇ ਇਸ ਕਵਿਤਾ ਦੇ ਅਰਥ ਕੀਤੇ, ਬਸ ਫਿਰ ਕੀ ਸੀ, ਉਸੇ ਵੇਲੇ ਦੌਰ ਭੌਰ ਹੋ ਗਿਆ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਦਿੰਦਾ ਹੈ। ਮਾਫੀ ਮੰਗਦਾ ਕਿ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਆ, ਮੈਂ ਜਿਹੜਾ ਤੁਹਾਡੇ ਦਰਬਾਰ ਦੇ ਵਿਦਵਾਨਾਂ ਨੂੰ ਵੰਗਾਰਿਆ, ਇਹ ਚੈਲੰਜ ਸੀ ਮਹਾਰਾਜ ਮੇਰੇ ਵੱਲੋਂ। ਮਹਾਰਾਜ ਮੈਨੂੰ ਅਕਲ ਆ ਗਈ, ਸਮਝ ਆ ਗਈ, ਵਿਦਵਾਨ ਨੇ ਅਰਥ ਕੀਤੇ ਨੇ, ਮੇਰੀ ਕਵਿਤਾ, ਇੱਕ ਕਹਾਣੀ ਨੇ ਅਰਥ ਕੀਤੇ ਨੇ ਮਹਾਰਾਜ ਮੇਰੀ ਕਵਿਤਾ ਦੇ। ਤੁਸੀਂ ਚਾਹੋ ਤਾਂ ਤੁਹਾਡੇ ਦਰਾਂ ਮੂਹਰੇ ਜਿਹੜੇ ਬੈਠੇ ਮੰਗ ਤੇ ਮੰਗ ਰਹੇ ਨੇ ਉਹ ਅਰਥ ਕਰ ਸਕਦੇ ਨੇ। ਮਹਾਰਾਜ ਮੇਰੇ ਤੋਂ ਹੋ ਗਈ ਭੁੱਲ, ਮੇਰੀ ਗਲਤੀ ਮਾਫ ਕੀਤੀ ਜਾਵੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ ਕਵੀ ਜੀ, ਇੱਥੇ ਗਲਤੀ ਦੀ ਕੋਈ ਗੱਲ ਨਹੀਂ, ਪਰ ਤੁਹਾਨੂੰ ਇਸ ਗੱਲ ਦਾ ਖਿਆਲ ਹੋਣਾ ਚਾਹੀਦਾ ਕਿ ਜਿਹੜੀਆਂ ਤੁਸੀਂ ਰਚਨਾਵਾਂ ਰਚਦੇ ਹੋ ਤਾਂ ਜ਼ਮਾਨੇ ਨੇ ਸੇਧ ਲੈਣੀ ਹੈ। ਜੇ ਤੁਹਾਡੀਆਂ ਰਚਨਾਵਾਂ ਦੇ ਵਿੱਚੋਂ ਹੰਕਾਰ ਦੀ ਬੋ ਆਵੇਗੀ, ਹੰਕਾਰੀ ਹੋਣਗੇ ਪੜਨ ਵਾਲੇ ਵੀ। ਇਸ ਲਈ ਤੁਹਾਡੇ ਅੰਦਰ ਹੰਕਾਰ ਆ ਗਿਆ ਸੀ, ਅਸੀਂ ਤਾਂ ਹੀ ਆਖਿਆ ਸੀਗਾ। ਵੈਸੇ ਤੁਸੀਂ ਸਾਡੇ ਬਹੁਤ 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 ਸੁਲਝੇ ਹੋਏ ਮਹਾਨ ਕਵੀਓ, ਤੁਹਾਡੇ ਵਿੱਚ ਘਾਟ ਕੋਈ ਨਹੀਂ, ਪਰ ਘਾਟ ਇਹੀ ਆ ਕਿ ਐਡੇ ਵਿਦਵਾਨ ਦੇ ਵਿੱਚ ਕਦੇ ਹੰਕਾਰ ਆਉਣਾ ਨਹੀਂ ਚਾਹੀਦਾ। ਪਿਛਲੇ ਇਤਿਹਾਸ ਵਿੱਚ ਆਪ ਜੀ ਨੇ ਸੁਣਿਆ, ਇਹ ਭਾਈ ਗੁਰਦਾਸ ਜੀ ਦੇ ਵਿੱਚ ਵੀ ਕਿਹੜਾ ਹੰਕਾਰ ਆ ਜਾਂਦਾ। ਮਹਾਰਾਜ ਉਹਨੂੰ ਘੋੜੇ ਲੈਣ ਭੇਜਦੇ ਨੇ, ਉਹ ਉੱਥੇ ਫਿਰ ਮਹਾਰਾਜ ਉਹਦਾ ਹੰਕਾਰ ਦੂਰ ਕਰਦੇ ਨੇ। ਅੱਗੇ ਮਹਾਰਾਜ ਜੀ ਦਾ ਆਪਣਾ ਦੀਵਾਨ ਆਨੰਦ ਚੰਦ, ਦੀਵਾਨ ਪਦਵੀ ਬਹੁਤ ਵੱਡੀ ਹੁੰਦੀ ਸੀ। ਮਹਾਰਾਜ ਜੀ ਦਾ ਦੀਵਾਨ, ਕੋਈ ਵੀ ਕੰਮ ਹੋਣਾ ਉਹ ਤੋਂ ਪੁੱਛ ਕੇ ਇੱਧਰ ਉੱਧਰ ਸਾਰੇ, ਉਹਨੂੰ ਵੀ ਹੰਕਾਰ ਹੋ ਜਾਂਦਾ। ਕਹਿੰਦਾ ਕਿਹੜਾ ਗੁਰੂ, ਸ਼ਾਮਾਂ ਨੂੰ ਗੁਰੂ ਪੈਦਾ ਕਰ ਦਈਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵੱਧ ਘੱਟ ਕਹਿ ਕੇ ਕਿੱਥੇ ਚਲੇ ਜਾਂਦਾ, ਧੀਰ ਮੱਲੀਆਂ ਪਾਸ ਕਰਤਾਰਪੁਰ, ਤੇ ਉਹਨੂੰ ਜਾ ਕੇ ਕਹਿੰਦਾ ਮੈਂ ਗੁਰੂ ਦਾ ਨਾਤਾ ਤੋੜਿਆ ਆ, ਮੈਨੂੰ ਚੰਗਾ ਸਥਾਨ ਦਿਓ, ਮਾਝੇ ਮਾਲਵੇ ਦੁਆਬੇ ਰਿਆੜਕੀ ਦੀ ਸਾਰੀ ਸੰਗਤ ਮੇਰੇ ਨਾਲ ਆ, ਰਾਤੋਂ ਰਾਤ ਤੈਨੂੰ ਗੁਰੂ ਬਣਾ ਦੂੰ। ਉਹ ਪਹਿਲਾਂ ਝਾਂਸੇ ਚ ਆ ਗਿਆ। ਹੁਣ ਜਿਹੜੇ ਉਹਦੇ ਮਸੰਦ ਸਨ ਉਹਨਾਂ ਨੇ ਆਖਿਆ ਵੀ ਜੇ ਇਹ ਉਰੇ ਡੇਰਾ ਲਾ ਕੇ ਬਹਿ ਗਿਆ ਸਾਨੂੰ ਕੌਣ ਪੁੱਛੇ। ਉਹਨਾਂ ਨੇ ਧੀਰ ਮੱਲ ਨੂੰ ਭੜਕਾਤਾ ਕਿ ਤੈਨੂੰ ਪਤਾ ਤੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਤੇ ਗੋਲੀ ਚਲਵਾਈ ਸੀ 9ਵੇਂ ਪਾਤਸ਼ਾਹ ਤੇ। ਅਖੇ ਹਾਂ, ਅਖੇ ਉਹਦਾ ਬਦਲਾ ਲੈਣ ਭੇਜਿਆ, ਤੈਨੂੰ ਇਹਨੇ ਮਾਰ ਦੇਣਾ। ਕਹਿਣ ਲੱਗਾ ਫਿਰ ਇਹਨੂੰ ਮੈਂ ਭਜਾ ਦਿੰਦਾ। ਕਿ ਨਹੀਂ ਨਹੀਂ, ਭਜਾਉਣਾ ਨਹੀਂ, ਸ਼ਿਕਾਰ ਹੱਥ ਆ ਗਿਆ, ਖਾਲੀ ਨਹੀਂ ਜਾਣਾ ਚਾਹੀਦਾ। ਮਾਰਨ ਦੀ ਵਿਉਂਤ ਬਣਾ ਲਈ। ਸਵੇਰ ਹੋਈ ਹੈ, ਡਿਊੜੀ ਦਾ ਦਰਵਾਜ਼ਾ ਖੁੱਲਿਆ, ਆਨੰਦ ਚੰਦ ਅੰਦਰ ਵੜਿਆ। ਇੱਕ ਦਰਵਾਜ਼ਾ ਹੋਰ ਸੀ ਜਿਹਦੇ ਰਾਹੀਂ ਅੰਦਰ ਜਾਣਾ ਸੀ, ਉਹ ਤਾਂ ਖੁੱਲਿਆ ਨਹੀਂ, ਉਡੀਕ ਕਰ ਰਿਹਾ ਸੀ। ਡਿਊੜੀ ਵਾਲਾ ਵੀ ਲੱਗ ਗਿਆ। ਉੱਪਰ ਖੜੇ ਸੀ ਬੰਦੂਕਾਂ ਵਾਲੇ,
जोधा सी फिर भी तलवार ता धूली पर ऊपर खड़े गोलियां वाले को मूहरे तलवार क्या करेगी। गोलियां चलियां ਜਿਹੜੀਆਂ आनंद चंद दे बजदियां ने। गुरु का दीवान कहलाउण वाला आनंद चंद आखिरकार बेमुख हो के मरिया। काहदे करके? हंकार दी करके। महाराज जी ने समझाया कि प्यारिया तुहाडियां रचनावां ने जमाने नूं सेध देनी आ, चानना देना। जे इन्हां विचे हंकार आ बड़िया पढ़न वाले भी हंकारी होणगे। आखिया महाराज आने वाले समय विच मुड़ के ऐसी गुस्ताखी नहीं होगी। महाराज ने उन्होंने माफ कर दिता। माहौल भखदा भखदा भखद गया। चंदन कवि धन्ना काही धन्ना सिंह ने भी महाराज जी के चरनी हथ लाया ते आख्या महाराज कोई बात घट होवे तां माफ कर देना। सच्चे पातशाह कहन लगे धन्ना सिया तू कोई रचना लिख के लेके आया? वो भी लिख लेंदा सी कदे कदे। कहन लग्या महाराज बस कख कंडा कर दे घोड़िया नूं दो शब्द कदे याद कर लईदे ने। याद आ महाराज मेरे। क्यों सच्चे पातशाह? सतगुरु कहन लगे कोई गल नहीं रोक। कहन लगे चंदन आ जिहड़ा धन्ना सिंह है इहने तेरी कविता दे अर्थ कीते ने। हुण जे कोई धन्ना सिंह कविता सुणावे की तू ओहदे भी अर्थ कर सकदा है? उन्हें झट कह दिता कि महाराज कर सकदा है। पर फिर साध संगत जी वचन मूंह चों निकल गया। उन्हें कह तां दिता कि महाराज कर लैंदे आ। वो आखिर नूं विद्वान सी। खैर एडे बड़े विद्वान दे अर्थ घाही ने कर दिते ते घाही किन्नी ढंगाई दी कविता लिख सकदा? महाराज कर दिंदे आ। संगत विचों भी आवाजां आउण लगियां जिहड़ा माहौल है पहलवानी अखाड़े वर्गा बन गया। महाराज होना चाहिए, जरूर करने चाहिए ने इहनूं अर्थ चंदन कवि जी नूं। लो हुण महाराज जी धन्ना सिंह नूं कहण लगे ने कि कवि चंदन नूं अपनी कविता पढ़ के सुणाओ अते इह करनगे अर्थ। चंदन जी तैयार हो? हाँ जी महाराज तैयार हाँ जी। ये उही चंदन है जी दे हुणे हुणे अर्थ होए ने। तैयार आ महाराज। हुण इस वेले धन्ना सिंह ने अपनी कविता पढ़ के सुनाई है। कविता की कविता दे विच सीगा मीन मरे जल के परसे कब हूं ना मरे पर पावक पाई। ਇਹਦਾ मतलब ਇਹ ਬਣਦਾ मच्छी जे पानी विच पैंदी आ मर जांदी आ, जे अग विच पैंदी आ बच जांदी आ। पावक अग नूं कहंदे ने। ਇਹ ਕਿਹੜੀ कविता चों कविता होई? मीन मरे जल के परसे कब हूं ना मरे पर पावक पाए। कदे नहीं मरदी अग विच पैण नाल। हाथी मरे मध के परसे कब हूं ना मरे तन ताप के आए। हाथी शराब पीण नाल मर जांदा, ਉਹਨੂੰ कोई भैड़ी बीमारी होवे फेर नहीं मरदा, बच रहिंदा। ये भी उल्ट हो गया काम। हुण ਇਹ ਧੰਨਾ ਸਿੰਘ ਬੋਲੀ ਜਾ ਰਿਹਾ ਤੇ ਚੰਦਨ ਸੁਣਦਾ ਜਾ ਰਿਹਾ ਏ ਤੇ ਉਹਨੇ ਫੇਰ ਆਖਿਆ ਤੀਆ ਮਰੇ ਪੀਆ ਕੇ ਪਰਸੇ ਕਬਹੂ ਨਾ ਮਰੇ ਪਰਦੇਸ ਸਦਾਏ। ਔਰਤ ਮਰ ਜਾਂਦੀ ਆ ਜੇ ਉਹਦਾ ਪਤੀ ਕੋਲ ਹੋਵੇ, ਪਰਦੇਸ ਗਿਆ ਹੋਵੇ, ਫਿਰ ਜਿਉਂਦੀ ਆ। ਇਹ ਵੀ ਕੰਮ ਉਲਟ ਹੋ ਗਿਆ। ਗੋੜ ਮੇ ਬਾਤ ਕਹੀ ਦਿਜ ਰਾਜ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਇੰਨੀ ਗੂੜੀ ਗੱਲ ਕਰ ਦਿੱਤੀ ਏ ਕਿ ਵਿਚਾਰੇ ਬਿਨਾ ਸੋਚੇ ਘੋਖੇ ਪੜਤਾਲੇ ਬਿਨਾ ਦੇ ਅਰਥ ਹੋਏ ਨਹੀਂ ਸਕਦੇ। ਵੈਸੇ ਸਾਰੇ ਅਰਥ ਉਲਟ ਸਨ। ਹੁਣ ਐਡਾ ਵੱਡਾ ਪਹੁੰਚਿਆ ਵਿਦਵਾਨ ਕਿਵੇਂ ਕਹਿ ਰਹੇ ਮਹਾਰਾਜ ਜੇ ਮੱਛੀ ਪਾਣੀ 'ਚ ਪੈ ਜਾਵੇ ਮਰ ਜਾਂਦੀ ਆ, ਅੱਗ 'ਚ ਪੈ ਜਾਵੇ ਬਚ ਜਾਂਦੀ ਆ। ਉਹਨੇ ਆਖਿਆ ਜੇ ਮੈਂ ਇਹਦੇ ਅਰਥ ਇੰਜ ਕਰਦਾ ਏ ਤਾਂ ਮੈਂ ਵਿਦਵਾਨ ਆ, ਮੇਰਾ ਘਟਾ ਹੁੰਦਾ। ਲੋਕ ਕੀ ਕਹਿਣਗੇ? ਹੋ ਸਕਦਾ ਇਹਦੇ ਅਰਥ ਨਾ ਹੋਣ। ਔਰ ਜੇ ਮੈਂ ਇੰਜ ਇਸ ਤਰੀਕੇ ਨੇ ਅਰਥ ਨਹੀਂ ਕਰਦਾ, ਇਹਦੇ ਸਹੀ ਅਰਥ ਕੀ ਨੇ ਉਹ ਮੈਨੂੰ ਪਤਾ ਨਹੀਂ ਲੱਗਦਾ। ਉਹ ਕਿੰਨਾ ਚਿਰ ਸੋਚੀ ਜਾਂਦਾ ਸੋਚੀ ਜਾਂਦਾ ਸੋਚੀ ਜਾਂਦਾ। आखिरकार समा सीमित है। आखिरकार जदों कुछ भी पल्ले नहीं पैंदा कि मैं कविता दे अर्थ उल्ट किवें करके रख दिया, मेरा घटा होवेगा, सही अर्थ की ने मैनूं पता नहीं लगदा। जिथे इन्नी हो गई थोड़ी जी होर सही। उहने महाराज जी नूं हथ बन के आख्या कि सच्चे पातशाह मैनूं नहीं इह कविता दे अर्थां दा पता लगदा की आ। लो जिवें महाराज जी नूं कहण लग्या ते सच्चे पातशाह फिर धन्ना सिंह नूं कहंदे ने की अर्थ सन। दो अर्थ बनदे ने। ਉਹ हिंदी दा आपां पढ़ते हैं ना शब्द छोटा जा रोको मत जाने दो, ਇਹਦਾ मतलब ਇਹਨੂੰ रोक लो जान ना दो। जे ਇਹਦਾ ਹੀ विश्राम अगे करके ला दईए फुल स्टॉप या कौमा रोको मत जाने दो, ਇਹਨੂੰ रोको ना जाने दो। दो अर्थ बन गए। आही कुछ जी ਜਿਹੜਾ कवि चंदन ਨੂੰ पता नहीं लगता ਤੇ ਉਹਨੇ सतगुरु महाराज जी ने जिवें बेनती की आ साथी कह रहे हैं। ਚੱਕਰਾਂ ਵਿੱਚ ਪਾਉਂਦੀ ਇਸ ਕਵਿਤਾ ਦੇ
ਪਾ ਕੇ ਬੇਨਤੀ ਕੀਤੀ, ਨਹੀਂ ਮਹਾਰਾਜ ਮੇਰੀ ਸਮਝ ਨਹੀਂ ਆਉਂਦਾ, ਬੜਾ ਮੁਸ਼ਕਲ ਹੈ। ਚੰਗਾ ਕਰਿਆ ਉਹਨੇ ਇੰਜ ਕਹਿ ਕੇ। ਕਿਸੇ ਨਾ ਮਾਤਾ ਦਾ ਪੁੱਤਰ ਰੇਲਵੇ ਆਫੀਸਰ ਬਣਿਆ, ਵੱਡਾ ਆਫੀਸਰ ਬਣ ਗਿਆ, ਹਰੀ ਝੰਡੀ ਦੇਣੀ ਸੀ ਤੇ ਆਪਣੀ ਮਾਂ ਨੇ ਵੀ ਉਹਦੀ ਨੇ ਆਉਣਾ ਸੀ ਵਿੱਚ ਸ਼ਮੂਲੀਅਤ ਕੀਤੀ, ਅਤੇ ਮਾਂ ਸੀ ਅਨਪੜ੍ਹ, ਉਹਨੂੰ ਜਮਾ ਹੀ ਨਹੀਂ ਸੀ ਪੜ੍ਹਨੇ ਲਿਖਣੇ ਆਉਂਦਾ। ਜਦੋਂ ਟ੍ਰੇਨ ਆਉਣੀ ਸੀ ਕਿਸੇ ਮੁਸਾਫਰ ਨੇ ਉਸ ਮਾਂ ਨੂੰ ਪੁੱਛ ਲਿਆ, ਮਾਂ ਟਿਕਟ ਬਾਰੇ ਦੱਸਿਓ ਮੈਨੂੰ ਜਰਾ ਕੁ ਪੜ੍ਹ ਕੇ। ਹੁਣ ਉਹ ਕੀ ਕਰੇ, ਐਡੇ ਵੱਡੇ ਆਫੀਸਰ ਦੀ ਮਾਂ ਏ ਤੇ ਹੈ ਅਨਪੜ੍ਹ, ਆਪਣੀ ਅਨਪੜ੍ਹਤਾ ਲੋਕਾਂ ਨੂੰ ਕਿੱਦਾਂ ਦਿਖਾਵੇਗੀ? ਲੋਕ ਕਹਿਣਗੇ ਲੈ ਐਡੇ ਵੱਡੇ ਅਫਸਰ ਦੀ ਮਾਂ ਅਨਪੜ੍ਹ ਹੈ। ਉਹਨੇ ਕੀ ਆਖਿਆ, ਚਿੱਠੀ ਦਾ ਉਹ ਟਿਕਟ ਵਗੈਰਾ ਫੜ ਲਈਏ, ਨਜ਼ਦੀਕ ਕਰੀਏ, ਉਹਨੂੰ ਅੱਖਰ ਨਾ ਸਮਝ ਆਏ। ਉਹਨੇ ਆਪਣੇ ਇੱਧਰ ਇੱਧਰ ਜਾਕਟ ਵਿੱਚ ਹੱਥ ਮਾਰਿਆ ਤੇ ਆਖਿਆ, ਓਹੋ ਪੁੱਤਰ ਮੈਂ ਪੜ੍ਹ ਨਹੀਂ ਸਕਦੀ ਕਿਉਂਕਿ ਮੈਂ ਆਪਣਾ ਅੱਜ ਚਸ਼ਮਾ ਘਰੇ ਭੁੱਲਿਆ। ਚੰਗਾ ਦਿਮਾਗ ਵਰਤ ਗਈ, ਨਹੀਂ ਲੋਕਾਂ ਨੇ ਕਹਿਣਾ ਸੀ ਐਡੇ ਬੜੇ ਅਫਸਰ ਦੀ ਮਾਂ ਅਨਪੜ੍ਹ ਹੈ। ਇਹ ਕਵੀ ਚੰਦਨ ਨੇ ਵੀ ਚੰਗਾ ਕੀਤਾ, ਜੇ ਗਲਤ ਅਰਥ ਕਰਦਾ ਤਾਂ ਸ਼ੋਭਾ ਨਹੀਂ ਦਿੰਦਾ। ਉਹਨੇ ਪਹਿਲਾਂ ਹੀ ਆਪਣੇ ਮਨ 'ਚ ਸੋਚ ਲਿਆ ਜੇ ਮੈਂ ਗਲਤ ਅਰਥ ਕਰਦਾ ਮੇਰੀ ਵਿਦਵਾਨੀ ਦਾ ਘਟਾ ਹੋਵੇਗਾ, ਸਹੀ ਕੀ ਨੇ ਮੈਨੂੰ ਪਤਾ ਨਹੀਂ ਲੱਗਦਾ, ਇੰਨਾ ਕੁਝ ਹੋ ਗਿਆ, ਥੋੜਾ ਜਿਹਾ ਹੋਰ ਹੋ ਲੈਣ ਦੇ ਮਹਾਰਾਜ, ਮੈਨੂੰ ਨਹੀਂ ਪਤਾ ਲੱਗਦਾ। ਧੰਨਾ ਸਿੰਘ ਨੂੰ ਇੱਕ ਉਹ ਕਰਕੇ ਕੀ ਦਿਖਾਉਂਦੇ ਆ ਮਹਾਰਾਜ। ਧੰਨਾ ਸਿੰਘ ਦੀ ਕਵਿਤਾ ਮੇਰੇ ਹਿਸਾਬ ਨਾਲ ਤਾਂ ਇਹ ਕਹਿ ਰਹੀ ਆ ਕਿ ਮੱਛੀ ਪਾਣੀ 'ਚ ਪੈਣ ਨਾਲ ਮਰ ਜਾਂਦੀ ਆ, ਅੱਗ 'ਚ ਵੱਜ ਜਾਂਦੀ ਆ, ਹਾਥੀ ਦਾਰੂ ਪੀਣ ਨਾਲ ਮਰ ਜਾਂਦਾ, ਬਿਮਾਰੀ ਲੱਗਣ ਨਾਲ ਬਚ ਰਹਿੰਦਾ। ਇਹ ਮਹਾਰਾਜ ਕਿੱਦਾਂ ਹੋ ਸਕਦਾ? ਪੁੱਛ ਕੇ ਇਹਨੂੰ ਮਹਾਰਾਜ ਸਾਨੂੰ ਦੱਸੋ ਕੀ ਆ। ਮਹਾਰਾਜ ਕਹਿਣ ਲੱਗੇ ਧੰਨਿਆ ਦੱਸ ਦੇ ਫਿਰ ਕੀ ਆ। ਅਸਲ ਵਿੱਚ ਕਵੀ ਚੰਦਨ ਜੀ ਨਰਵਸ ਹੋ ਗਏ। ਐਡੇ ਬੜੇ ਵਿਦਵਾਨ ਦੀ ਇੱਕ ਆਮ ਬੰਦਾ ਆ ਕੇ ਆ ਕੂੜਾ ਚੱਕਦਾ ਕਿ ਅਰਥ ਕਰ ਦੇਵੇ, ਨਰਵਸ ਨਹੀਂ ਹੋਵੇਗਾ, ਹੋਰ ਕੀ ਹੋ ਜਾਵੇਗਾ? ਬੜੇ ਬੜੇ ਹੋ ਜਾਂਦੇ ਆ। ਅਸਲ 'ਚ ਕਵੀ ਜੀ ਹੋ ਗਏ ਨੇ ਨਰਵਸ। ਧੰਨਾ ਸਿੰਘ ਨੇ ਆਖਿਆ ਮਹਾਰਾਜ ਕਵਿਤਾ ਦੇ ਅਰਥ ਜਿਹੜੇ ਤਰੀਕੇ ਨਾਲ ਮੈਂ ਪੜ੍ਹ ਕੇ ਸੁਣਾਈ ਆ, ਜਿਵੇਂ ਇਹ ਕਹਿੰਦੇ ਨੇ ਐਡੇ ਹੋਣੇ ਨੇ, ਪਰ ਮਹਾਰਾਜ ਇੱਕ ਬਸ ਨਿੱਕਾ ਜਿਹਾ ਹੀ ਫਰਕ ਹੈ, ਜਿੱਥੇ ਕਵੀ ਜੀ ਵਿਸ਼ਰਾਮ ਲਾਉਣਾ ਚਾਹੁੰਦੇ ਨੇ ਉੱਥੇ ਨਾ ਲਾਉਣ, ਕਵਿਤਾ ਦੇ ਅਰਥ ਆਪੇ ਸਿੱਧ ਹੋ ਜਾਣੇ, ਸਿੱਧੇ ਹੋ ਜਾਣੇ ਨੇ। ਆਖੇ ਲਾ ਕੇ ਦਿਖਾਓ। ਬਸ ਫਿਰ ਉਹਨੇ ਪਹਿਲਾਂ ਤਾਂ ਕਵਿਤਾ ਇਸ ਤਰੀਕੇ ਨਾਲ ਪੜ੍ਹੀ ਸੀ ਕਿ ਮੀਨ ਮਰੇ, ਮੀਨ ਮੱਛੀ ਨੂੰ ਕਹਿੰਦੇ ਆ, ਮੀਨ ਮਰੇ ਜਲ ਕੇ ਪਰਸੇ, ਇੱਥੇ ਰੁਕਦਾ ਸੀ, ਇੱਥੇ ਨਹੀਂ ਰੁਕਣਾ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਮੱਛੀ ਪਾਣੀ ਵਿੱਚ ਪੈਣ ਨਾਲ ਕਦੇ ਵੀ ਨਹੀਂ ਮਰਦੀ। ਇਹਦਾ ਅਰਥ ਬਣਦਾ ਇੱਥੇ, ਜੇ ਜਾ ਕੇ ਇੱਥੇ ਰੁਕਦੇ ਆ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਮਰੇ ਪਰ ਪਾਵਕ ਪਾਏ, ਅੱਗ 'ਚ ਪੈ ਜਵੇ ਸਿੱਟਦੀ ਹੈ, ਜਦੇ ਮਰ ਜਾਂਦੀ ਉਹ ਤਾਂ ਬਾਹਰ ਨਿਕਲਣ ਵਾਲੇ ਮਰ ਜਾਂਦੀ ਆ। ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ, ਹਾਥੀ ਨੂੰ ਸ਼ਰਾਬ ਪਿਲਾ ਦਿੱਤੀ ਜਾਵੇ ਕਦੇ ਨਹੀਂ ਮਰਦਾ। ਮਰੇ ਤਨ ਤਾਪ ਕੇ ਆਏ, ਉਹਨੂੰ ਕੋਈ ਬਿਮਾਰੀ ਲੱਗ ਜਾਂਦੀ ਆ, ਮਰ ਜਾਂਦਾ ਏ। ਤੀਆ ਮਰੇ ਪੀਆ ਕੇ ਪਰਸੇ ਕਬਹੂ ਨਾ, ਇਸਤਰੀ ਦੇ ਘਰ ਵਾਲਾ ਉਹਦੇ ਕੋਲ ਹੋਵੇ ਖਿੜੀ ਰਹਿੰਦੀ ਆ, ਮਰੇ ਪਰਦੇਸ ਸਦਾਏ, ਪਲ ਪਲ ਉਹਦੀ ਯਾਦ ਵਿੱਚ ਮਰਦੀ ਰਹਿੰਦੀ ਆ, ਧਿਆਨ ਉਧਰ ਹੀ ਲੱਗਿਆ ਰਹਿੰਦਾ। ਗੂਣ ਮੈਂ ਬਾਤ ਕਹੀ ਤੇ ਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਉਸ ਧੰਨਾ ਸਿੰਘ ਨੇ ਇੰਨੀ ਗੂੜੀ ਗੱਲ ਕਹਿ ਦਿੱਤੀ, ਬਸ ਇੱਕ ਫੁੱਲ ਸਟਾਪ ਜਿੱਥੇ ਲਾਉਣਾ ਸੀ ਵਿੱਚ ਕੌਮਾ ਲਾਉਣਾ ਸੀ। ਇਹ ਕਵੀ ਚੰਦਨ ਜੀ ਉਹ ਕੌਮਾ ਹੀ ਨਹੀਂ ਲਾ ਸਕੇ। ਕਾਰਨ ਇਹੀ ਸੀ ਕਿ ਉਹ ਨਰਵਸ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ ਨੇ ਅਰਥ ਕਰ ਦਿੱਤੇ ਨੇ। ਤੇ ਆ ਕੇ ਮਹਾਰਾਜ ਜੀ ਦੇ ਕੋਲ ਫੜੀ ਮਾਰੀ ਸੀ ਨਾ, ਇਹ ਚਾਹੀਦੀ ਨਹੀਂ, ਇੱਥੇ ਤਾਂ ਕੋਰੇ ਕਾਗਜ਼ ਬਣ ਕੇ ਆਉਣਾ ਚਾਹੀਦਾ। ਇੱਕ ਬੰਦਾ ਆਇਆ, ਕਿਸੇ ਕੋ ਕਹਿੰਦਾ ਜੀ ਮੈਨੂੰ ਤੁਹਾਡਾ ਚੇਲਾ ਬਣਾ ਲਓ। ਕਹਿੰਦਾ ਕੋ ਆਉਂਦਾ ਕਿ ਹਾਂਜੀ। ਕਹਿੰਦਾ ਲਿਖ ਕੇ ਲਿਆਓ, 1000 ਪੰਨਾ ਭਰ ਲਿਆ ਆ। ਕਹਿੰਦਾ ਇੰਨਾ ਕੌਣ ਪੜੂ? ਘੱਟ ਕਰਕੇ ਲਿਆ 500 ਲਿਆਇਆ, ਜ਼ਿਆਦਾ 250 ਲਿਆਇਆ, 125 ਲਿਆਇਆ, 50 10। ਕਹਿੰਦਾ ਅਜੇ ਵੀ ਜ਼ਿਆਦਾ ਘੱਟ ਕਰ ਸਕਦਾ, ਉਹ 1 ਲਿਆਇਆ। ਕਹਿਣ ਲੱਗਿਆ ਥੋੜਾ ਜਿਹਾ ਹੋਰ ਘਟਾ ਸਕਦਾ, ਉਹ ਕੋਰਾ ਕਾਗਜ਼ ਲੈ ਕੇ ਆ ਗਿਆ। ਕਹਿਣ ਲੱਗਿਆ ਹੁਣ ਠੀਕ ਆ, ਮੈਂ ਹੁਣ ਤੈਨੂੰ ਆਪਣਾ ਚੇਲਾ ਬਣਾਉਣਾ। ਤੇਰੇ ਮੇਰੇ ਦਰਮਿਆਨ ਜਿਹੜੀ ਗਿਆਨ ਅਤੇ ਅਗਿਆਨ ਦੀ ਦੀਵਾਰ ਸੀ ਉਹ ਨਿਕਲ ਗਈ, ਹੁਣ ਮੈਂ ਤੈਨੂੰ ਆਪਣੇ ਵਾਲਾ ਮੱਤ ਦਊਂਗਾ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕੀ ਕਰਨੀ ਆ? ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ। ਗੁਣਵਾਨ ਕਿਹਨੇ ਬਣਾਉਣਾ? ਗੁਰੂ ਮਹਾਰਾਜ ਜੀ ਨੇ ਬਣਾਉਣਾ। ਸਟੇਜ ਤੇ ਬੋਲਿਆ ਜਾਂਦਾ, ਸਾਡੀ ਕੀ ਮਜਾਲ ਆ? ਮਹਾਰਾਜ ਜੀ ਤਾਂ ਆਪ ਕਹਿੰਦੇ ਨੇ, ਅਸੀਂ ਥੋੜੀ ਬੋਲਦੇ ਆ, ਹੋ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਸੱਚੇ ਪਾਤਸ਼ਾਹ ਕਹਿ ਰਹੇ ਨਾ, ਜਾਂ ਸਾਨੂੰ ਹੁਕਮ ਆ ਰਿਹਾ ਏ ਉਹ ਬੋਲ ਰਿਹਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਗਤ ਕਬੀਰ ਜੀ ਦਾ ਬੜਾ ਸੁੰਦਰ ਸ਼ਬਦ ਹੈ। ਜਿਹੜੇ ਗੁਰੂ ਉੱਤੇ ਸ਼ੰਕਾ ਕਰਦੇ ਨੇ, ਕਿੰਤੂ ਕਰਦੇ ਨੇ, ਕੀ ਨਹੀਂ ਕਰ ਸਕਦਾ ਗੁਰੂ ਅਤੇ ਅਕਾਲ ਪੁਰਖ ਪਰਮਾਤਮਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਜਿੱਥੇ ਜਲੇ ਜਲ ਹੁੰਦਾ ਉੱਥੇ ਰੇਤਾ ਹੀ ਰੇਤਾ ਕਰ ਦਿੰਦਾ, ਥੱਲੇ ਥਲ ਕਰ ਦਿੰਦਾ। ਜਲ ਤੇ ਥਲ ਕਰ, ਥਲ ਤੇ ਕੂਆ,
ਜਿੱਥੇ ਰੇਤਾ ਹੀ ਰੇਤਾ ਹੁੰਦਾ ਫਿਰ ਉੱਥੇ ਖੂਹ ਲਵਾ ਦਿੰਦਾ ਏ। ਕੋਪ ਤੇ ਮੇਰ ਕਰਾਵੇ, ਮੇਰ ਪਰਬਤਾਂ ਨੂੰ ਕਹਿੰਦੇ ਨੇ। ਫਿਰ ਖੂਹ ਦੇ ਉੱਤੇ ਵੀ ਵੱਡੇ ਵੱਡੇ ਪਰਬਤ ਬਣਾ ਸਕਦਾ ਏ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਧਰਤੀ ਦੇ ਰਹਿਣ ਵਾਲਿਆਂ ਨੂੰ ਕਈ ਵਾਰ ਐਡੀ ਪਦਵੀ ਦੇ ਦਿੰਦਾ, ਉੱਪਰ ਲੈ ਜਾਂਦਾ, ਤੇ ਬੜੀ ਬੜੀ ਪਦਵੀ ਵਾਲਿਆਂ ਨੂੰ ਥੱਲੇ ਲੈ ਆਉਂਦਾ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਤ ਕਰਵੋ, ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ। ਮੂਰਖਾਂ ਨੂੰ ਪੰਡਤ ਬਣਾ ਸਕਦਾ ਤੇ ਪੰਡਤਾਂ ਨੂੰ ਮੂਰਖ ਵੀ ਬਣਾ ਸਕਦਾ। ਇਹ ਸੀ ਨਿੱਕੀ ਜੀ ਝਲਕ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ। ਪਰਸੋਂ ਵੀ ਇੱਕ ਹਿਸਟਰੀ, ਕੱਲ ਵੀ ਤੇ ਅੱਜ ਵੀ। ਆਉਣ ਵਾਲੀਆਂ ਹਿਸਟਰੀਆਂ ਵੀ ਅਸੀਂ ਇਦਾਂ ਹੀ ਗਿਣੀਆਂ ਜਿਹੜੀਆਂ ਇੱਕ ਦਿਨ ਦੇ ਵਿੱਚ ਸਮਾਪਤ ਕਰ ਸਕੀਏ, ਤਾਂ ਕਿ ਵੱਧ ਤੋਂ ਵੱਧ ਜਸ ਤੁੱਛ ਬੁੱਧੀ ਅਨੁਸਾਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕਰ ਸਕੀਏ ਤੇ ਆਪ ਰੱਬ ਵਰਗੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕੀਏ। ਤੁਹਾਡਾ ਆਪਣਾ ਢਾਡੀ ਜੱਥਾ ਦਾਸ ਗਿਆਨੀ ਅਵਤਾਰ ਸਿੰਘ ਆਲਮ, ਜਿਹੜਾ ਫਤਿਹਗੜ੍ਹ ਸਾਹਿਬ ਵਾਲੇ ਸਾਥੀ ਦਰਸ਼ਨ ਸਿੰਘ ਦਰਸ਼ੀ ਰਾਮਗੜ੍ਹ ਕੁਹਾੜਾ ਲੁਧਿਆਣਾ, ਦਰਸ਼ਨ ਸਿੰਘ ਦਲਗੀਰ ਮੇਰਾ ਆਪਣਾ ਭਰਾ ਤੇ ਸਰੰਗੀ ਮਾਸਟਰ ਰਣਜੀਤ ਸਿੰਘ ਲੱਖਾ। ਕਿਸੇ ਵੀ ਪ੍ਰੋਗਰਾਮਾਂ ਲਈ ਸਾਧ ਸੰਗਤ ਜੀ ਸੰਪਰਕ ਕਰਨਾ ਹੋਵੇ YouTube ਤੇ ਸਾਡਾ ਕਾਫੀ ਸਾਰਾ ਮੈਟਰ, ਕਿਉਂਕਿ ਸੰਗਤ ਪੁੱਛਦੀ ਰਹਿੰਦੀ ਆ ਕਿਹੜਾ ਇਲਾਕਾ ਹੈ। YouTube ਤੇ ਦਾਸਾਂ ਦਾ ਸਾਰਾ ਐਡਰੈਸ, ਕਈ ਸਾਰੀਆਂ ਗਾਥਾਵਾਂ ਗੁਰੂ ਮਹਾਰਾਜ ਜੀ ਦੀਆਂ, ਅਤੇ ਸਾਡਾ ਫੋਨ ਨੰਬਰ ਤੁਸੀਂ ਉੱਥੋਂ ਵੀ ਪ੍ਰਾਪਤ ਕਰ ਸਕਦੇ ਹੋ। ਫਿਰ ਸਮਾਂ ਮਿਲਿਆ ਬਰਾਬਰ ਕੀ ਸਿੱਖ ਸੰਗਤ ਦੀ ਸੇਵਾ ਕਰਾਂਗੇ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਉਪਰੰਤ ਹਫ਼ਤਾਵਾਰੀ ਅਤੇ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਵੱਲ ਵਧੀਏ। ਸਹੋਤਾ ਪਰਿਵਾਰ ਦਾ ਤਹਿ ਦਿਲੋਂ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਮਾਂ ਦੇ ਲੰਗਰਾਂ ਦੀ, ਗੁਰੂ ਕੇ ਲੰਗਰਾਂ ਦੀ ਸੇਵਾ ਲਈ ਆ। ਮਨੋਕਾਮਨਾ ਸਤਿਗੁਰੂ ਮਹਾਰਾਜ ਜੀ ਗੁਰਮਤਿ ਅਨੁਸਾਰ ਪੂਰੀਆਂ ਕਰਨ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਪਾਇਆ ਭਗਤ ਦੀ। ਮਨ ਵਜੀਆਂ ਮੋਦਾਈਆਂ, ਰਾਜਨ ਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਤਗਾ ਮੁਹਾਰੀ ਕੇ ਮਨ ਜਿਨੀ ਮਸਾਇਆ। ਨਾਨਕ ਆਨੰਦ ਸਤਿਗੁਰੂ ਮੈਂ ਪਾਇਆ, ਮਨ ਮੇਰੇ ਤੂੰ ਸਦਾ ਰਹੋ ਹਰ ਨਾਲ। ਹਰ ਰੋ ਤੂੰ ਮਨ ਮੇਰੇ। ਦੁੱਖ ਸਭ ਸਾਰਨਾ, ਕੀ ਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ। ਲਗਲਾ ਸਮਰੱਥ ਸੁਆਮੀ। ਸੋ ਕਿਉ ਮਨੋ ਵਸਾਰੇ, ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲ। ਆਜੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ। ਜਿਸ ਦੇ ਸੋ ਪਾਵੇ। ਦਾਸ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਲੇਰੇ। ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ। ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਆਪ ਸੁਖ ਮਨ ਮਾਇ ਵਸਿਆ। ਜਿਨ ਇੱਛਾ ਸਭ ਬੁਝਾਈਆਂ। ਗੁਰਬਾਣ ਕੀਤਾ ਗੁਰ ਰਤੇ। ਇਸ ਦੀ ਇਹ ਵਡਿਆਈਆਂ, ਨਾਨਕ ਸੁਣੋ ਸਭ ਕੁਛ। ਸ਼ਬਦ ਤੇਰੇ ਪਿਆਰੇ। ਸੱਚਾ ਨਾਮ ਮੇਰਾ ਆਧਾਰ। ਬਾਜੇ ਸ਼ਬਦ ਤੇ ਧਰਤ ਪਾਗੇ ਘਰ। ਘਰ ਸੁਭਗੇ ਸ਼ਬਦ ਵਜੇ, ਕਰਾਂ ਜਿਤ ਕਰਤਾਰਿਆ। ਦੁੱਧ ਭੁੱਖ ਵਸ ਕੀਤੇ। ਕਾਲ ਕੱਟ ਗਵਾਰਿਆ, ਕਾਰਨ ਪਾਇਆ ਦੁੱਧ ਜਿਨ ਤੋਂ ਸੇ ਨਾਮ ਹਰ ਕੇ ਲਾਗੇ। ਨਾਨਕ ਤੈ ਸੁਖਵਾ। ਜਿਤ ਕਰੇ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋਏ। ਸਗਲ ਮਨੋਰਥ ਪੂਰੇ। ਹਰ ਪ੍ਰੇਮ ਪ੍ਰਭ ਪਾਇਆ। ਤਰੇ ਸਗਲ ਵਸੂਰੇ, ਰੋਗ ਸੰਤਾਪ ਉਤਰੇ। ਸੋਈ ਸੱਚੀ ਬਾਣੀ। ਅੰਤ ਲਾਇਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਦੇਵ ਨਿਤ ਕਹਤੇ ਪੁੱਛ। ਸਤਿਗੁਰ ਰਹਿਆ ਭਰਪੂਰੇ। ਨਾਨਕ ਗੁਰ ਚਾਰਨ ਲਾਗੇ। ਵਾਜੇ ਅਨਹਦ ਤੂਰੇ, ਨਾਨਕ ਗੁਰ ਚਾਰਨ ਲਾਗੇ। ਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈ ਅਰਦਾਸ ਜੀ।